अगर आप भी ऑस्ट्रेलिया में आने वाले इनटेक में पढ़ाई के लिए जाना चाहते हैं, ESS ग्लोबल लेके आया है ऑस्ट्रेलिया का मेगा सेमिनार जो होने जा रहा है होटल अरोमा में 5 तारीख को सुबह 11 से लेकर शाम के 4 बजे तक। आपको मौका मिलेगा वहां पे अलग अलग यूनिवर्सिटी से मिलके अपना केस डिस्कस करने का, तो इस डेट को भूलिएगा मत। ਸੋ ਆਸਟ੍ਰੇਲੀਆ ਨੂੰ ਲੈ ਕੇ ਸਾਡੇ ਕੋਲ ਬਹੁਤ ਸਾਰੇ ਸਵਾਲ ਸਟੂਡੈਂਟਸ ਦੇ ਲਗਾਤਾਰ ਆ ਰਹੇ ਨੇ ਤੇ ਅਸੀਂ ਕੋਸ਼ਿਸ਼ ਆਪਣੇ ਹਰ ਸ਼ੋਅ ਦੇ ਜ਼ਰੀਏ ਕਰ ਰਹੇ ਹਾਂ ਕਿ ਰਾਈਟ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਤਾਂ ਕਿ ਤੁਸੀਂ ਸਹੀ ਆਪਸ਼ਨਸ ਦੇ ਨਾਲ ਅੱਗੇ ਜ਼ਰੂਰ ਵਧੋ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ, ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਅੱਜ ਖਾਸ ਤੌਰ ਤੇ ਆਪਾਂ ਆਸਟ੍ਰੇਲੀਆ ਬਾਰੇ ਹੀ ਗੱਲ ਕਰਨ ਜਾ ਰਹੇ ਹਾਂ। ਬਹੁਤ ਸਾਰੇ ਸਵਾਲ ਸਾਡੇ ਤੱਕ ਪਹੁੰਚਦੇ ਨੇ ਤੇ ਇੱਕ ਮਾਹਿਰ ਸਲਾਹ ਤੁਹਾਡੇ ਤੱਕ ਪਹੁੰਚਾਵਾਂਗੇ। ਇੱਕ ਖਾਸ ਸੈਮੀਨਾਰ ਦੀ ਵੀ ਗੱਲ ਜ਼ਰੂਰ ਕਰਾਂਗੇ ਜੋ ਤੁਹਾਡੇ ਲਈ ਕਾਫੀ ਬੈਨੀਫੀਸ਼ੀਅਲ ਰਹਿ ਸਕਦਾ ਹੈ। ਸੋ ਅੱਜ ਦੀ ਡਿਸਕਸ਼ਨ ਦੇ ਲਈ ਸਾਡੇ ਨਾਲ स्टूडियो ਵਿੱਚ ਮੌਜੂਦ ਨੇ ਜੀ ESS ਗਲੋਬਲ ਤੋਂ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੇਠੀ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੋ ਕੁਝ ਚੇਂਜਸ ਆਏ ਨੇ ਆਪਾਂ ਉਸ ਦੀ ਗੱਲ ਕਰ ਲਈਏ। ਆਸਟ੍ਰੇਲੀਆ ਦੇ ਵਿੱਚ ਅਸੈਸਮੈਂਟ ਲੈਵਲ ਨੂੰ ਲੈ ਕੇ ਕੁਝ ਨਵੀਂ ਚੀਜ਼ਾਂ ਆਈਆਂ ਨੇ, ਸਟੂਡੈਂਟਸ ਲਈ ਬਹੁਤ ਜ਼ਰੂਰੀ ਉਹ ਵੀ ਚੀਜ਼ਾਂ ਸਮਝਣੀਆਂ। ਮੈਂ ਚਾਹੂੰਗੀ ਉਸੇ ਉਸੇ ਨਾਲ ਸ਼ੁਰੂਆਤ ਕਰੀਏ ਤਾਂ ਕਿ ਸਟੂਡੈਂਟਸ ਹਰ ਪੁਆਇੰਟ ਤੋਂ ਕਲੀਅਰ ਹੋ ਸਕਣ। देखो एक सर्कल है जिन्हों आप पिछले शो च मैं कर्मा का नाम दिता सीगा, जो अज एक्शन लवांगे ਉਹਦੇ ਕੌਨਸੀਕੁਐਂਸਿਸ ਆਉਣ ਵਾਲੇ ਟਾਈਮ 'ਚ ਆਣਗੇ ਹੀ ਆਣਗੇ। ਦੇਰ ਸਵੇਰ ਟਾਈਮ ਦੀ ਗੱਲ ਹੁੰਦੀ ਹੈ ਜਦੋਂ ਕੌਨਸੀਕੁਐਂਸਿਸ ਆਉਂਦੇ ਨੇ। ਹੁਣ ਇਹ ਅਸੈਸਮੈਂਟ ਲੈਵਲ ਸਾਲ 'ਚ 2 ਵਾਰ ਚੇਂਜ ਹੁੰਦੇ ਆ, ਮਾਰਚ ਦੇ ਵਿੱਚ ਐਂਡ ਸਪਟੰਬਰ ਦੇ ਵਿੱਚ। ਨੋਰਮਲੀ ਲਾਸਟ ਥਰਸਡੇ ਨੂੰ ਚੇਂਜ ਆ ਜਾਂਦਾ, ਪਰ ਇਸ ਵਾਰ ਆਸਟ੍ਰੇਲੀਆ ਦੇ ਵਿੱਚ AL ਚੇਂਜ ਜਿਹੜਾ ਹੈਗਾ ਉਹ ਕੱਲ੍ਹ ਹੋਇਆ ਹੈ, ਬੇਸਿਕਲੀ ਅਪ੍ਰੈਲ ਦੇ ਅਖੀਰਲੇ ਹਫਤੇ ਦੇ ਵਿੱਚ। ਅਤੇ ਉਹਦਾ ਮੈਜੋਰਿਟੀ ਕਾਰਨ ਕੀ ਸੀਗਾ? ਬਹੁਤ ਸਾਰੇ ਯੂਨੀਵਰਸਿਟੀਆਂ ਦੇ ਫੇਰ ਬਦਲ ਹੋਏ ਨੇ। ਆਊਟ ਆਫ 43 ਇੰਸਟੀਚਿਊਟਸ 12 ਯੂਨੀਵਰਸਿਟੀਆਂ ਇਹਨਾਂ ਨੇ AL1 ਤੋਂ ਲਿਆ ਕੇ AL2 'ਚ ਰੱਖ ਦਿੱਤੀਆਂ ਨੇ। ਹੁਣ ਇਹ ਕਿਉਂ ਹੁੰਦਾ ਹੈ? ਵਿੱਚ ਜਿਹੜਾ ਸਭ ਤੋਂ ਵੱਡਾ ਕੰਸਰਨ ਹੁੰਦਾ ਯੂਨੀਵਰਸਿਟੀਜ਼ ਦਾ ਆਪਣੇ AL1 ਨੂੰ ਮੇਨਟੇਨ ਰੱਖਣਾ, ਕਿਉਂਕਿ ਦਿਸ ਇਜ਼ ਦਾ ਟੌਪ ਮੋਸਟ ਉਹਨਾਂ ਦੀ ਉਹਨਾਂ ਦਾ ਤਖਤ ਹੈਗਾ ਜਿੱਥੇ ਸਭ ਤੋਂ ਬੈਠਣਾ ਚਾਹੁੰਦੇ ਨੇ AL1 ਦੇ ਉੱਤੇ। ਬਟ ਇਹਦਾ ਮੇਜਰ ਰੀਜ਼ਨ ਜਿਹੜੇ 2 ਨਿਕਲ ਕੇ ਆਏ ਨੇ। ਪਹਿਲਾ ਰੀਜ਼ਨ ਜਿਹੜਾ ਮੈਜੋਰਿਟੀ ਆਫ ਐਪਲੀਕੇਸ਼ਨ ਗਿਆ ਹੈ ਉਹ ਰਿਫਿਊਜ਼ ਹੋਇਆ ਫਰਾਡ ਕਾਗਜ਼ਾਂ ਦੇ ਕਰਕੇ। ਰਿਫਿਊਜ਼ ਹੋਣਾ ਪ੍ਰੋਬਲਮ ਨਹੀਂ ਹੈਗੀ, ਪਰ ਰਿਫਿਊਜ਼ ਫਰਾਡ ਪੇਪਰਸ 'ਤੇ ਹੋਣਾ ਦੈਟ ਇਜ਼ ਵਨ ਆਫ ਦਾ ਬਿਗੇਸਟ ਕੰਸਰਨ ਜਿਹੜੀ ਉੱਥੇ ਹਾਈ ਕਮਿਸ਼ਨ ਲੈ ਕੇ ਚੱਲਦੀ ਹੈ। ਸੈਕਿੰਡ ਮੇਜਰ ਰੀਜ਼ਨ ਜਿਹੜੇ ਵੀਜ਼ਾ ਵਾਲੇ ਬੱਚੇ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਗਏ, ਉਹ ਬੱਚੇ ਉੱਥੋਂ ਛੱਡ ਕੇ ਚਲੇ ਗਏ ਇਹ ਕਹਿ ਕੇ ਸਾਡੇ ਕੋਲ ਪ੍ਰੋਪਰ ਫਾਈਨੈਂਸ਼ੀਅਲ ਨਹੀਂ ਹੈਗੇ ਤੁਹਾਡੀ ਫੀਸਾਂ ਦੇਣ ਵਾਸਤੇ। ਹੁਣ ਇਹ ਬਹੁਤ ਮੇਜਰ ਕੰਸਰਨ ਹੁੰਦਾ। ਹੁਣ ਤੁਸੀਂ ਪੂਰੀ GT ਨੂੰ ਸਮਝੋ, ਜੇ ਤੁਸੀਂ ਇਸ ਪ੍ਰੋਸੈਸ ਦੇ ਵਿੱਚ ਪਏ ਹੋ ਤਾਂ ਯੂਨੀਵਰਸਿਟੀ ਤੁਹਾਡੇ ਤੋਂ ਕੀ ਮੰਗਦੀ ਹੈ ਫਾਈਨੈਂਸਿਸ, ਕਿ ਤੁਹਾਡੇ ਕੋਲ 1 ਸਾਲ ਦੇ ਫੰਡ ਹੈਗੇ ਆ ਅਤੇ ਕੀ ਉਹ ਜੈਨੂਅਨ ਫੰਡ ਹੈਗੇ ਆ, ਮੈਨੇਜ ਫੰਡ ਤਾਂ ਨਹੀਂ ਹੈਗੇ, ਰਿਸ਼ਤੇਦਾਰਾਂ ਤੋਂ ਫੜ ਕੇ ਪਾਏ ਹੋਣ, ਯਾਰਾਂ ਦੋਸਤਾਂ ਤੋਂ ਫੜ ਕੇ ਖਾਤੇ 'ਚ ਦਿਖਾਏ ਹੋਣ ਐਂਡ ਸੋ ਔਨ। ਸੈਕਿੰਡ ਮੇਜਰ ਫੈਕਟਰ ਜਿਹੜਾ ਹੈ ਤੁਹਾਡੇ ਐਜੂਕੇਸ਼ਨ ਡਾਕੂਮੈਂਟ, ਤੁਹਾਡੇ ਐਕਸਪੀਰੀਅੰਸ ਲੈਟਰਸ, ਕੀ ਉਹ ਫਰਾਡ ਤਾਂ ਨਹੀਂ ਹੈਗੇ। ਇਹਨੂੰ ਹੀ ਆਪਾਂ GT ਕਹਿੰਦੇ ਹਾਂ ਐਜ਼ ਅ ਕੰਸਲਟੈਂਟ ਔਰ ਐਜ਼ ਅ ਸਟੂਡੈਂਟ। ਹਰ ਕੋਈ ਬੱਚਾ ਕਹਿੰਦਾ ਭਾਜੀ ਮੇਰੇ ਡਾਕੂਮੈਂਟ ਜੈਨੂਅਨ ਨੇ। ਇਹ ਜੈਨੂਅਨ ਵਰਡ ਹੀ ਸ਼ੁਰੂਆਤ ਹੈ ਹਰ ਚੀਜ਼ ਦੀ। ਹੁਣ ਜੇ ਇੱਕ ਬੱਚਾ ਉੱਥੇ ਪਹੁੰਚ ਗਿਆ ਅਤੇ ਉੱਥੇ ਉਹਨੇ ਜਾ ਕੇ ਕਿਹਾ ਮੇਰੇ ਕੋਲ ਪੈਸੇ ਨਹੀਂ ਹੈਗੇ ਘਰਦਿਆਂ ਕੋਲ ਤੁਹਾਡੀ $30,000 ਫੀਸ ਦੇਣ ਦੀ, ਅਤੇ ਮੈਂ ਸਸਤੇ ਕਾਲਜ ਜਾਣਾ ਪਿਆ ਉੱਥੇ ਤਾਂ ਕਿ ਮੈਂ ਅਫੋਰਡ ਕਰ ਸਕਾਂ, ਦੈਟ ਮੀਨ ਸਭ ਤੋਂ ਵੱਡਾ ਇੱਕ ਫੇਲੀਅਰ ਹੈ ਯੂਨੀਵਰਸਿਟੀ ਦਾ, ਜਿੱਥੇ ਉਹਨੇ ਪਹਿਲਾਂ GT ਨੂੰ ਚੈੱਕ ਨਹੀਂ ਕੀਤਾ ਜਾਂ ਚੈੱਕ ਕੀਤਾ ਐਂਡ ਟਰਸਟ ਕੀਤਾ ਜਿੱਥੇ ਉਹ ਮੂੰਹ ਦੇ ਭਾਰ ਡਿੱਗੇ। ਸੈਕਿੰਡ ਡਾਕੂਮੈਂਟੇਸ਼ਨ ਅਗੇਨ। ਹੁਣ ਜਿਹੜੀ ਯੂਨੀਵਰਸਿਟੀਜ਼ ਨੀਚੇ ਆਈਆਂ ਨੇ ਇਹ ਉਹੀ ਯੂਨੀਵਰਸਿਟੀਜ਼ ਨੇ ਜਿਨ੍ਹਾਂ ਨੇ ਮੈਜੋਰਿਟੀ ਤੌਰ 'ਤੇ ਪੰਜਾਬ ਐਂਡ ਹਰਿਆਣਾ ਨੂੰ ਬੈਨ ਕੀਤਾ ਹੈ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਅਹਿਸਾਸ ਸੀਗਾ ਅਸੀਂ ਇਹ ਗਲਤੀ ਕਰ ਚੁੱਕੇ ਹਾਂ ਅਤੇ ਇਹ ਗਲਤੀ ਹੋਈ ਹੈ ਇਸ ਪਰਟੀਕੂਲਰ ਏਰੀਆ ਦੇ ਸਟੂਡੈਂਟਸ ਤੋਂ, ਜਾਂ ਉਹਨਾਂ ਨੇ ਆਪਣਾ ਫਰਾਡ ਕਰਨ ਦਾ ਸਿਸਟਮ ਇੰਨਾ ਕੁ ਮਜ਼ਬੂਤ ਕਰ ਲਿਆ ਅਸੀਂ ਉਹਨੂੰ ਫੜ ਨਹੀਂ ਪਾ ਰਹੇ। ਬਟ ਅਗੇਨ ਉਹ AL1 ਤੋਂ AL2 'ਚ ਆ ਗਏ, ਉਹਨਾਂ ਨੂੰ ਸਜ਼ਾ ਉਹਨਾਂ ਦੀ ਸਰਕਾਰ ਨੇ ਦਿੱਤੀ। ਹੁਣ ਉਹਨਾਂ ਸਾਰੇ ਯੂਨੀਵਰਸਿਟੀਜ਼ ਦੇ ਫਾਈਨੈਂਸ਼ੀਅਲਸ ਅੰਬੈਸੀ ਕਹਿੰਦੀ ਹੈ ਤੁਸੀਂ ਨਹੀਂ ਦੇਖਣੇ, ਅਸੀਂ ਆਪ ਦੇਖਾਂਗੇ, ਕਿਉਂਕਿ AL1 AL2 ਦੇ ਵਿੱਚ ਫ਼ਰਕ ਕੀ ਹੈ? ਫਾਈਨੈਂਸ਼ੀਅਲਸ ਦਾ। AL1 ਦੇ ਵਿੱਚੋਂ ਅੰਬੈਸੀ 'ਚ ਤੁਹਾਡਾ ਕੋਈ ਫੰਡ ਨਹੀਂ ਜਾਂਦਾ ਕਿਉਂਕਿ ਜ਼ਿੰਮੇਵਾਰੀ ਯੂਨੀਵਰਸਿਟੀ ਨੇ ਲਿੱਤੀ ਹੋਈ ਹੈ। AL2 ਦੇ ਵਿੱਚ ਤੁਹਾਡੇ ਡਾਕੂਮੈਂਟੇਸ਼ਨ ਵੱਧ ਜਾਂਦਾ ਕਿਉਂਕਿ ਹਾਈ ਕਮਿਸ਼ਨ ਆਪ ਤੈਅ ਕਰਨਾ ਚਾਹੁੰਦੀ ਹੈ ਐਜ਼ ਅ ਫਾਈਨਲ ਵੀਜ਼ਾ ਦੇਣ ਵਾਲੀ ਅਥਾਰਟੀ ਵੀ ਕੀ ਤੁਸੀਂ ਜੈਨੂਅਨ ਹੈ ਕਿ ਨਹੀਂ ਜੈਨੂਅਨ ਆ। ਅਤੇ ਇਹਦਾ ਇੰਪੈਕਟ ਹਰੇਕ ਉਹ ਸਟੂਡੈਂਟ 'ਤੇ ਆਏਗਾ ਜਿਹੜਾ ਅੱਜ ਉਹ ਯੂਨੀਵਰਸਿਟੀ ਦੀ ਫਾਈਲ ਲੌਜ ਕਰਨ ਜਾ ਰਿਹਾ ਜਾਂ COE ਦੀ ਵੇਟ ਕਰਦਾ ਪਿਆ।
ਤੇ ਅਗੇਨ ਇਹ ਉਹ ਚੀਜ਼ਾਂ ਨੇ ਜੋ ਅਸੀਂ ਅੱਖਾਂ ਮੀਚ ਕੇ ਡਿਲੇ ਤਾਂ ਕਰ ਸਕਦੇ ਹਾਂ ਬਟ ਉਹਨੂੰ ਇਗਨੋਰ ਨਹੀਂ ਕਰ ਸਕਦੇ। ਤਾਂ ਇਸੇ ਕਰਕੇ ਯੂਨੀਵਰਸਿਟੀਆਂ ਜੀਟੀ ਸਖਤ ਕਰਦੀਆਂ ਰਹਿੰਦੀਆਂ ਨੇ ਟਾਈਮ ਬਾਏ ਟਾਈਮ, ਕਿਉਂਕਿ ਉਹਨਾਂ ਨੂੰ ਲੱਗਦਾ ਉਹਨਾਂ ਦੇ ਸਿਸਟਮ ਦੇ ਵਿੱਚ ਲੂਪ ਹੋਲ ਹੈ। ਜਿਵੇਂ ਪਿਛਲੇ ਸ਼ੋਅ 'ਚ ਮੈਂ ਕਿਹਾ ਸੀ, ਇਹ ਉਹ ਯੂਨੀਵਰਸਿਟੀਆਂ ਹੋਣਗੀਆਂ ਜਿਨ੍ਹਾਂ ਦੇ ਜੀਟੀ ਸਭ ਤੋਂ ਸੌਖੇ ਹੁੰਦੇ ਨੇ, ਕਿਉਂਕਿ ਹਾਈ ਕਮਿਸ਼ਨ ਨੂੰ ਸਾਰਾ ਫੀਡਬੈਕ ਪਤਾ ਹੁੰਦਾ, ਹਾਈ ਕਮਿਸ਼ਨ ਨੂੰ ਸਾਰਾ ਮਕੈਨਿਜ਼ਮ ਪਤਾ ਹੁੰਦਾ, ਇੱਕ ਯੂਨੀਵਰਸਿਟੀ ਕੀ ਆਪਣਾ ਪ੍ਰੋਸੈਸ ਲੈ ਕੇ ਚੱਲਦੀ ਹੈ, ਇੱਕ ਚੈੱਕ ਲਿਸਟ ਕੀ ਲੈ ਕੇ ਚੱਲਦੀ ਹੈ, ਤਾਂ ਕਿ ਉਹ ਤੈਅ ਕਰ ਸਕੇ ਬੱਚਾ ਜੈਨੂਇਨਲੀ ਪੜ੍ਹਨ 'ਚ ਇੰਟਰਸਟਿਡ ਹੈ ਜਾਂ ਪਹੁੰਚਣ 'ਚ ਇੰਟਰਸਟਿਡ ਹੈ। ਮੈਂ ਇੱਥੇ ਗੱਲ ਕਰਨਾ ਚਾਹੂੰਗੀ, ਜਿਵੇਂ ਅਗਰ ਆਪਾਂ ਇੰਪੈਕਟ ਦੀ ਗੱਲ ਕਰੀਏ ਕਿ ਜਿਹੜੇ ਸਟੂਡੈਂਟਸ ਪਹਿਲਾਂ ਅਪਲਾਈ ਕਰ ਚੁੱਕੇ ਨੇ, ਉਹ ਇਹ ਯੂਨੀਵਰਸਿਟੀਜ਼ 'ਚ ਜਾ ਚੁੱਕੇ ਨੇ, AL1 ਸੀ ਜੋ ਕਿ ਪਹਿਲਾਂ, ਹੁਣ AL2 ਹੋ ਗਈ ਹੈ, ਉਹਨਾਂ ਸਟੂਡੈਂਟਸ 'ਤੇ ਕੀ ਫਰਕ ਪਏਗਾ ਫਿਊਚਰ ਦੇ ਵਿੱਚ, ਜਾਂ ਫਿਰ ਜਿਹੜੇ ਸਟੂਡੈਂਟ ਹੁਣ ਚੁਆਇਸ ਕਰ ਰਹੇ ਨੇ ਕਿ ਅਸੀਂ ਕਿਹੜੀ ਯੂਨੀਵਰਸਿਟੀ ਚੂਜ਼ ਕਰੀਏ, ਉਹ ਕਿਹੜੀ ਗੱਲਾਂ ਦਾ ਧਿਆਨ ਰੱਖਣ? ਦੇਖੋ, AL1 AL2 ਦੇ ਵਿੱਚ ਸਭ ਤੋਂ ਵੱਡਾ ਬੈਨੀਫਿਟ ਜਿਹੜਾ ਸਟੂਡੈਂਟਸ ਨੂੰ ਹੁੰਦਾ ਸੀ ਫਾਈਨੈਂਸ਼ੀਅਲਸ ਦਾ ਹੁੰਦਾ ਸੀ, ਬਾਕੀ ਡਾਕੂਮੈਂਟੇਸ਼ਨ ਤਾਂ ਉਵੇਂ ਹੀ ਰਹਿੰਦੇ ਜੀ। ਤੁਹਾਡੇ ITRs ਦੇ ਪ੍ਰੂਫਸ, ਤੁਹਾਡਾ CV ਐਕਸਪੀਰੀਅੰਸ ਐਂਡ ਸੋ ਔਨ, ਉਹ ਸਾਰਾ ਸੇਮ ਹੈ। ਬਟ ਫਾਈਨੈਂਸ਼ੀਅਲ ਇੱਕ ਬਹੁਤ ਵੱਡੀ ਰਾਹਤ ਹੁੰਦੀ ਸੀ ਹਰੇਕ ਸਟੂਡੈਂਟ ਵਾਸਤੇ, ਕਿਉਂਕਿ ਜਿਹੜਾ ਫਾਈਨੈਂਸਿਸ ਦਿਖਾਏ ਜਾਂਦੇ ਆ ਯੂਨੀਵਰਸਿਟੀ ਨੂੰ, ਕਿਤੇ ਨਾ ਕਿਤੇ ਐਕਚੁਅਲ ਦੇ ਵਿੱਚ ਬੱਚੇ ਦੀ ਇੰਟੈਂਸ਼ਨ ਨਹੀਂ ਹੁੰਦੀ FDਆਂ ਤੋੜਾਉਣ ਦੀ। ਜੇ FDਆਂ ਦਿਖਾ ਰਿਹਾ ਉਹ, ਤੇ ਬੱਚੇ ਨੂੰ ਪਤਾ ਹੁੰਦਾ ਦੈਟ ਇਹ FDਆਂ ਇੰਨੇ ਸਾਲਾਂ ਤੋਂ ਤੁਰੀਆਂ ਆ ਰਹੀਆਂ, ਜਦ ਫੀਸਾਂ ਦੀ ਵਾਰੀ ਆਉਣਗੀ ਜਾਂ ਆਊਗੀ ਜਾਂ ਜਦ ਅਸੀਂ ਇੱਥੋਂ ਜਾਵਾਂਗੇ ਸਾਡਾ ਪਰਿਵਾਰ ਫੰਡ ਮੈਨੇਜ ਕਰ ਲੇਗਾ। ਹੁਣ ਉਹ ਬੱਚਿਆਂ ਵਾਸਤੇ ਉਹ ਫੰਡ ਅੰਬੈਸੀ ਦਿਖਾਣੇ ਜ਼ਰੂਰੀ ਹੋ ਗਏ। ਵਾਟ ਡਜ਼ ਦੈਟ ਮੀਨ? ਜਦ ਤੱਕ ਤੁਹਾਡਾ ਡਿਸੀਜਨ ਨਹੀਂ ਆਉਂਦਾ ਉਹ ਪੈਸਾ ਤੁਹਾਡਾ ਬਲੌਕ ਹੈ ਪੂਰੇ ਦਾ ਪੂਰਾ, ਤੁਸੀਂ ਉਹ ਪੈਸੇ ਨੂੰ ਹਿਲਾ ਨਹੀਂ ਸਕਦੇ। ਫਿਰ ਚਾਹੇ ਤੁਹਾਡਾ COE ਆ ਰੱਖਿਆ, ਤੁਸੀਂ COE ਅਪਲਾਈ ਕੀਤੀ ਹੈ, ਅੱਜ 2 ਦਿਨ ਤੋਂ ਪਹਿਲਾਂ ਇਹ ਯੂਨੀਵਰਸਿਟੀ ਫੰਡ ਨਹੀਂ ਲੈਂਦੀ ਸੀ ਅੰਬੈਸੀ ਦੇ ਵਿੱਚ, ਬਟ ਅੱਜ ਤੁਸੀਂ ਉਹ ਲੌਜਮੈਂਟ ਕਰਨ ਜਾਓਗੇ, ਉੱਥੇ ਫਾਈਨੈਂਸ਼ੀਅਲ ਰਿਕੁਆਇਰਮੈਂਟ ਦਾ ਇੱਕ ਪ੍ਰੋਟੋਕੋਲ ਆ ਜਾਂਦਾ, ਇੱਕ ਟੈਬ ਆ ਜਾਂਦਾ ਵੀ ਇੱਥੇ ਫਾਈਲ ਅਟੈਚ ਕਰੋ, ਅਸੀਂ ਤੁਹਾਡੇ ਫਾਈਨੈਂਸਿਸ ਦੇਖਣੇ ਨੇ। ਬਟ ਬਹੁਤ ਸਾਰੇ ਲੋਕੀ ਉਹਨੂੰ ਮਿਸਅੰਡਰਸਟੈਂਡ ਕਰ ਲੈਂਦੇ ਨੇ, 6 ਮਹੀਨੇ ਪੁਰਾਣੇ ਪੈਸੇ, 3 ਮਹੀਨੇ ਪੁਰਾਣੇ ਪੈਸੇ ਐਂਡ ਸੋ ਔਨ। ਅੰਬੈਸੀ ਕਹਿੰਦੀ ਹੈ ਜੋ ਤੁਸੀਂ ਪੈਸੇ ਦਿਖਾਉਂਦੇ ਪਏ ਹੋ ਸਾਨੂੰ ਉਹਦਾ ਸੋਰਸ ਵਿਖਾਓ, ਜੇ ਉਹ ਨਵੇਂ ਹੈ ਅਸੀਂ ਵੀਜ਼ਾ ਦੇਵਾਂਗੇ। ਤਾਂ ਇਹਨੂੰ ਇਹ ਮਿਸਅੰਡਰਸਟੈਂਡ ਨਹੀਂ ਕਰਨਾ ਵੀ ਮੇਰੇ ਕੋਲ ਫੰਡ 3 ਮਹੀਨੇ ਪੁਰਾਣਾ ਹੈ, 6 ਮਹੀਨੇ ਪੁਰਾਣਾ ਚਾਹੀਦਾ, ਉਹ ਗਲਤ ਇਨਫੋਰਮੇਸ਼ਨ ਹੋਏਗੀ। ਜੇ ਫੰਡ ਨਵਾਂ ਨਾਲ ਸਬੂਤ ਦਿਓ ਪੈਸਾ ਕਿੱਥੋਂ ਆਇਆ ਐਂਡ ਦੈਟਸ ਇਟ। ਜੀ ਬਿਲਕੁਲ। ਸੋ ਜ਼ਰੂਰ ਸਟੂਡੈਂਟਸ ਇਹ ਸਾਰੀ ਇਨਫੋਰਮੇਸ਼ਨ ਦਾ ਵੱਧ ਤੋਂ ਵੱਧ ਤੁਸੀਂ ਫਾਇਦਾ ਜ਼ਰੂਰ ਲਓ, ਕਿਉਂਕਿ ਕੁਝ ਚੇਂਜਸ ਆਉਂਦੇ ਨੇ ਤਾਂ ਤੁਹਾਨੂੰ ਉਹਨਾਂ ਚੀਜ਼ਾਂ ਨੂੰ ਸਮਝਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਰਹਿੰਦਾ ਹੈ। ਸੋ ਕੋਈ ਸਵਾਲ ਹੋਵੇ, ਨੰਬਰ ਵੀ ਡਿਸਪਲੇ ਹੈ ਜੀ, ESS ਗਲੋਬਲ ਦੀ ਟੀਮ ਦੇ ਨਾਲ ਤੁਸੀਂ ਟਾਈਮਲੀ ਕੰਟੈਕਟ ਕਰਕੇ ਰਾਈਟ ਆਪਸ਼ਨਸ ਦੇ ਨਾਲ ਅੱਗੇ ਜ਼ਰੂਰ ਵਧੋ। ਐਡਰੈਸ ਡਿਟੇਲਸ ਵੀ ਅਸੀਂ ਮੈਂਸ਼ਨ ਕੀਤੀਆਂ ਹੋਈਆਂ ਨੇ ਸਕਰੋਲ ਦੇ ਵਿੱਚ, ਤੁਹਾਨੂੰ ਜਿੱਥੇ ਨੇੜੇ ਲੱਗੇ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਵਿਜ਼ਿਟ ਕਰੋ। ਗੱਲ ਹੁਣ ਆਪਾਂ ਖਾਸ ਸੈਮੀਨਾਰ ਦੀ ਵੀ ਕਰ ਲਈਏ। 5 ਮਈ ਨੂੰ ਜੋ ਹੈ ESS ਗਲੋਬਲ ਵੱਲੋਂ ਇਹ ਸੈਮੀਨਾਰ ਆਰਗੇਨਾਈਜ਼ ਕੀਤਾ ਗਿਆ, ਆਸਟ੍ਰੇਲੀਆ ਦੇ ਉੱਪਰ ਫੋਕਸ ਕੀਤਾ ਗਿਆ ਖਾਸ ਤੌਰ ਤੇ ਹੋਟਲ ਅਰੋਮਾ ਦੇ ਵਿੱਚ ਹੈ, ਔਰ 8 ਤੋਂ 10 ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਦੇ ਰਿਪਰੈਜ਼ੈਂਟੇਟਿਵ ਇੱਥੇ ਪਹੁੰਚਣਗੇ। ਸੋ ਮੈਂ ਜ਼ਰੂਰ ਚਾਹੂੰਗੀ ਕਿ ਆਪਾਂ ਇਸ ਦੇ ਉੱਪਰ ਵੀ ਗੱਲ ਕਰੀਏ ਕੀ ਖਾਸ ਰਹਿਣ ਵਾਲਾ ਹੈ ਔਰ ਸਟੂਡੈਂਟਸ ਨੂੰ ਕਿਵੇਂ ਇਸ ਦਾ ਵੱਧ ਤੋਂ ਵੱਧ ਫਾਇਦਾ ਮਿਲ ਸਕਦਾ ਹੈ। ਦੇਖੋ, ਅੱਜ ਦੀ ਡੇਟ ਦੇ ਵਿੱਚ ਨਾ ਅਸੀਂ ਮੰਨ ਕੇ ਚੱਲਦੇ ਹਾਂ ਐਂਡ ਅਸੀਂ ਉਸ ਦੁਨੀਆ 'ਚ ਰਹਿੰਦੇ ਹਾਂ ਜਿੱਥੇ ਇਨਫੋਰਮੇਸ਼ਨ ਦੀ ਘਾਟ ਨਹੀਂ ਹੈਗੀ। ਅੱਜ ਤੁਸੀਂ YouTube ਖੋਲੋ ਜਾਂ ਹੋਰ ਕੋਈ ਡਿਜੀਟਲ ਪਲੇਟਫਾਰਮ ਖੋਲੋ, ਤੁਹਾਨੂੰ ਇਨਫੋਰਮੇਸ਼ਨ ਦੀ ਭਰਪਾਰ ਆਏਗੀ ਤਾਂ ਤੁਹਾਨੂੰ ਇਹ ਨਹੀਂ ਪਤਾ ਹੋਏਗਾ ਇਨਫੋਰਮੇਸ਼ਨ ਵਰਤਣੀ ਕਿੱਥੇ ਹੈ। ਦੈਟ ਇਜ਼ ਸਭ ਤੋਂ ਵੱਡਾ ਚੈਲੰਜ। ਤੇ ਅੱਜ ਦੇ ਜਿਹੜੇ ਇਸ ਸਾਲ ਦੇ ESS ਗਲੋਬਲ ਦੇ ਸੈਮੀਨਾਰਸ ਰਹੇ ਨੇ ਉਹ ਬਿਲਕੁਲ ਡਿਫਰੈਂਟ ਟੈਂਜੈਂਟ 'ਤੇ ਰਹੇ ਨੇ। ਤੁਹਾਡਾ ਆਫਿਸ ਦੇ ਵਿੱਚ ਆਉਣਾ ਜਾਂ ਤੁਹਾਡਾ ਸੈਮੀਨਾਰ ਦੇ ਵਿੱਚ ਆਉਣਾ, ਅਸੀਂ ਇਹ ਕਹਿ ਕੇ ਚੱਲਦੇ ਹਾਂ, ਇਹ ਪ੍ਰਮੋਟ ਕਹਿ ਕੇ ਚੱਲਦੇ ਹਾਂ, ਭਾਵੇਂ ਉਹ ਸਾਡੇ ਕੈਨੇਡਾ ਵਾਲੇ ਸੈਮੀਨਾਰ ਸੀਗੇ ਜਿਹੜੇ ਕੱਲ੍ਹ ਹੀ ਖਤਮ ਹੋਏ ਨੇ, ਵੀਕ ਲੌਂਗ ਸੈਮੀਨਾਰ ਜਿਹੜੇ ਅਸੀਂ PR ਤੇ ਵਰਕ ਪਰਮਿਟ ਦੇ ਕੀਤੇ ਸੀ ਅਲੋਂਗ ਵਿਦ ਸਟੱਡੀਜ਼। ਸਾਨੂੰ ਫਾਈਲ ਨਹੀਂ ਚਾਹੀਦੀ ਤੁਹਾਡੀ ਉੱਦਣ, ਅਸੀਂ ਇਨਫੋਰਮੇਸ਼ਨ ਦੇਵਾਂਗੇ ਵਿਦ ਦ ਪ੍ਰੋਪਰ ਗਾਈਡਲਾਈਨਸ ਐਂਡ ਘਰੇ ਜਾ ਕੇ ਇਨਫੋਰਮੇਸ਼ਨ ਨੂੰ ਕੰਪੇਅਰ ਕਰੋ, ਘਰੇ ਜਾ ਕੇ ਉਹ ਇਨਫੋਰਮੇਸ਼ਨ ਨੂੰ ਡਾਈਜੈਸਟ ਕਰੋ ਕਿ ਤੁਸੀਂ ਐਕਚੁਅਲ ਦੇ ਵਿੱਚ ਉਹ ਪ੍ਰੋਸੈਸ ਸ਼ੁਰੂ ਕਰਨਾ ਚਾਹੁੰਦੇ ਹੋ। ਦੈਨ ਕਮ ਟੂ ਆਫਿਸ ਐਟ ਅ ਲੇਟਰ ਸਟੇਜ, ਅਗਲੇ ਹਫਤੇ 5 ਦਿਨਾਂ 2 ਦਿਨਾਂ ਜਦ ਆਪ ਤਿਆਰ ਹੋ ਜਾਓ ਐਜ਼ ਅ ਕੰਸਲਟੈਂਟ ESS ਗਲੋਬਲ ਨੂੰ ਲੈਣ ਵਾਸਤੇ, ਕਿਉਂਕਿ ਅੱਜ ਦਾ ਟਾਈਮ ਨਾ ਕੰਪੈਰੀਜ਼ਨ ਦਾ ਬਹੁਤ ਹੈ। ਆਈ ਕੈਨ ਟੋਟਲੀ ਅੰਡਰਸਟੈਂਡ, ਇਹ ਪਲੇਟਫਾਰਮ ਤੋਂ ਬਹੁਤ ਤਰੀਕੇ ਦੇ ਕੰਟੈਂਟ ਨਿਕਲਦਾ ਤੇ ਬਹੁਤ ਅਲੱਗ-ਅਲੱਗ ਵੱਖਰੇ ਤਰੀਕਾਂ ਦੇ ਇੱਕ ਟਰਸਟ ਬਣਾਉਣ ਦਾ ਤਰੀਕਾ ਨਿਕਲਦਾ। ਬਟ ਅਗੇਨ ਉਹ ਕਨਫਿਊਜ਼ਨ ਨੂੰ ਨਾ ਲੈ ਕੇ ਅਸੀਂ ਇਸ ਸਾਲ ਸੈਮੀਨਾਰ ਦੇ ਵਿੱਚ ਕੋਈ ਫਾਈਲ ਐਨਰੋਲ ਨਹੀਂ ਕੀਤੀ, ਨਾ ਹੀ ਸਾਡੀ ਕਰਨ ਦੀ ਇੱਛਾ ਹੈ। ਕਮ ਟੇਕ ਦਾ ਕੰਟੈਂਟ, ਯੂਨੀਵਰਸਿਟੀ ਵਾਲਿਆਂ ਦੇ ਮੂੰਹੋਂ ਸੁਣੋ ਜੋ ਤੁਹਾਡੇ ਲਈ ਸਭ ਤੋਂ ਜ਼ਿਆਦਾ ਫਰੂਟਫੁਲ ਹੈ, ਕਿਉਂਕਿ ਅੱਜ ਮੈਂ ਬੋਲ ਰਿਹਾ ਇੱਥੇ, ਮੈਂ ਉਹਨਾਂ ਦੀ ਲੈਂਗੁਏਜ ਬੋਲਾਂਗਾ ਜੋ ਯੂਨੀਵਰਸਿਟੀ ਬੋਲਦੀ ਹੈ, ਪਰ ਜੋ ਯੂਨੀਵਰਸਿਟੀ ਬੋਲੇਗੀ ਉਹ ਯੂਨੀਵਰਸਿਟੀ ਹੀ ਬੋਲੇਗੀ। ਦੈਟ ਵੇਜ਼ ਤਾਂ ਆਸਟ੍ਰੇਲੀਆ ਦਾ ਸਾਡਾ ਸੈਕੰਡ ਸੈਮੀਨਾਰ ਆ ਇਸ ਸਾਲ ਦੇ ਵਿੱਚ। ਪਹਿਲਾਂ ਅਸੀਂ ਫੈਬਰਰੀ ਦੇ ਵਿੱਚ ਕੀਤਾ ਸੀ, ਜਨਵਰੀ ਐਂਡ ਦੇ ਵਿੱਚ ਤਕਰੀਬਨ, ਐਂਡ ਇਹ ਸੈਮੀਨਾਰ ਕਰਨ ਦਾ ਮਕਸਦ ਇਹੀ ਸੀ। ਪਿਛਲਾ ਸੈਮੀਨਾਰ ਬੜਾ ਸੁਪਰ ਹਿੱਟ ਰਿਹਾ, ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ GT ਨੂੰ ਲੈ ਕੇ ਕਲੈਰਿਟੀ ਲਿੱਤੀ ਦੈਟ ਐਕਚੁਅਲ ਦੇ ਵਿੱਚ GT ਕਿੰਨੀ ਕੁ ਈਜ਼ੀ ਹੈਗੀ ਹੈ ਜਾਂ ਕਿੰਨਾ ਕੁ ਹਊਆ ਹੈਗਾ।
ਅਨਫੋਰਚੂਨੇਟਲੀ ਕੰਸਲਟੈਂਟ ਜਾਂ ਸਟੂਡੈਂਟ ਉਹਨੂੰ ਹਊਆ ਮੰਨ ਕੇ ਚੱਲਦੇ ਨੇ, ਵੇਅਰਐਜ਼ ਉਹਦਾ ਸਭ ਤੋਂ ਪਹਿਲਾ ਵਰਡ ਹੈ ਜੈਨੂਅਨ। ਹੁਣ ਜੈਨੂਅਨ ਦੇ ਵਿੱਚ ਨਾ ਮੈਂ ਇੱਕ ਐਗਜ਼ਾਮਪਲ ਪਿਛਲੇ 2-4 ਦਿਨਾਂ ਤੋਂ ਸਟੂਡੈਂਟਸ ਨੂੰ ਦਿੰਦਾ ਪਿਆ, ਕਿਉਂਕਿ ਕੁਐਰੀਜ਼ ਉਹੋ ਜਿਹੀਆਂ ਆਉਂਦੀਆਂ ਨੇ। ਇੱਕ ਨੇ ਬੜਾ ਇੰਟਰਸਟਿੰਗ ਪੁੱਛਿਆ, ਭਾਜੀ ਸਾਡੀ ਡੇਅਰੀ ਇਨਕਮ ਹੈ, ਉਹਨੂੰ ਕਿਵੇਂ ਡਿਸਪਰੂਵ ਕਰੀਏ, ਕਿਉਂਕਿ ਕੁਝ ਕੰਸਲਟੈਂਟ ਕਹਿੰਦੇ ਆ ਡੇਅਰੀ ਇਨਕਮ ਚੱਲਦੀ ਨਹੀਂ। ਹੁਣ ਆਪਾਂ ਜਿਸ ਹਿੱਸੇ 'ਚ ਰਹਿੰਦੇ ਆ ਇੰਡੀਆ ਦੇ, ਪੰਜਾਬ, ਉੱਥੇ ਐਗਰੀਕਲਚਰ ਅਤੇ ਐਗਰੀ ਬਿਜ਼ਨਸ ਆ ਬੜੇ ਪੋਪੂਲਰ ਆਕੂਪੇਸ਼ਨਸ ਅਤੇ ਪ੍ਰੋਫੈਸ਼ਨ ਨੇ। ਅਤੇ ਮੈਂ 2-4 ਸਵਾਲ ਪੁੱਛੇ, ਜੋ ਕਿ ਤੁਹਾਡੇ ਕੋਲ ਪਸ਼ੂ ਕਿੰਨੇ ਹੈ? ਕਹਿੰਦਾ ਜੀ 15 ਪਸ਼ੂ ਹੈ। ਮੈਂ ਕਿਹਾ ਜੀ ਉਹ 15 ਪਸ਼ੂਆਂ ਦੀ ਸਿਹਤ ਦਾ ਧਿਆਨ ਕੌਣ ਰੱਖਦਾ? ਕਹਿੰਦਾ ਸਾਡੇ ਇਲਾਕੇ 'ਚ ਵੈਟਨਰੀ ਡਾਕਟਰ ਹੈ। ਮੈਂ ਕਿਹਾ ਓਕੇ, ਅਤੇ ਤੁਸੀਂ ਦੁੱਧ ਕੱਢ ਕੇ ਉਹ ਦਿੰਦੇ ਕਿੱਥੇ ਹੋ? ਅੱਧਾ ਡੈਰੀ 'ਚ ਦਿੰਦੇ ਆ, ਅੱਧਾ ਘਰਾਂ 'ਚ ਪਾਉਂਦੇ ਆ। ਮੈਂ ਕਿਹਾ ਤੁਹਾਨੂੰ ਮਹੀਨੇ ਬਾਅਦ ਯਾਦ ਕਿੰਨਾ ਰਹਿਣਾ ਕਿੰਨਾ ਲੀਟਰ ਦੁੱਧ ਕਿਹੜੇ ਘਰ 'ਚ ਗਿਆ? ਕਹਿੰਦਾ ਰਜਿਸਟਰ ਮੇਨਟੇਨ ਹੁੰਦਾ ਜੀ ਸਾਡੇ, ਅਸੀਂ ਫਿਰ 15 ਦਿਨ ਤੋਂ ਬਾਅਦ ਪੈਸੇ ਲੈਂਦੇ ਹਾਂ ਉਹਨਾਂ ਤੋਂ। ਮੈਂ ਕਿਹਾ ਪੈਸਾ ਆਉਂਦਾ ਕਿੱਥੇ, ਕੀ ਕਰਦੇ ਹੋ ਪੈਸੇ ਦਾ? ਕਹਿੰਦਾ ਕੁਝ ਖਾਤਿਆਂ 'ਚ ਪਾ ਦੇਈਦਾ, ਕੁਝ ਅਸੀਂ ਜਿਵੇਂ ਖਰਚਾ ਹੁੰਦਾ ਘਰ ਦਾ ਉਹ ਕਰ ਲਈਦਾ ਕੈਸ਼। ਮੈਂ ਕਿਹਾ ਆਹੀ ਹੈ? ਕਹਿੰਦਾ ਬਿਲਕੁਲ ਆਹੀ ਹੈ। ਮੈਂ ਕਿਹਾ ਆਹੀ GT ਹੈ। ਤੁਹਾਡੇ ਕੋਲ ਪਸ਼ੂ ਹੈਗੇ ਲਾਈਫ ਸਟਾਕ, ਉਹਨਾਂ ਦੀ ਦੇਖ ਰੇਖ ਵੈਟਰਨਰੀ ਡਾਕਟਰ ਕਰਦਾ, ਉਹ ਤੋਂ ਚਿੱਠੀ ਲਵੋ ਦੈਟ ਇੰਨੇ ਪਸ਼ੂ ਨੇ, ਚੰਗੀ ਸਿਹਤ ਹੈ, ਇੰਨਾ ਲੀਟਰ ਦੁੱਧ ਦਿੰਦੇ ਨੇ, ਵੈਕਸੀਨੇਟਡ ਨੇ। ਉਸ ਤੋਂ ਉੱਪਰ ਇੱਕ ਕਦਮ ਜਾਣਾ ਹੈ, ਕਈ ਇੰਟੈਲੀਜੈਂਟ ਪ੍ਰੋਫੈਸ਼ਨਲਸ ਨੇ ਆਪਣੇ ਸਾਰੇ ਪਸ਼ੂਆਂ ਦੀ ਇੰਸ਼ੋਰੈਂਸ ਕਰਾਈ ਹੁੰਦੀ ਹੈ, ਕਿਉਂਕਿ ਉਹਨਾਂ ਦਾ ਆਮਦਨ ਦਾ ਜ਼ਰੀਆ ਉਹੀ ਹੈ। ਕੱਲ੍ਹ ਕੁਛ ਪਸ਼ੂ ਨੂੰ ਹੋ ਗਿਆ, ਪੈਸੇ ਦੀ ਭਰਪਾਈ ਕਿੱਥੋਂ ਹੋਣੀ ਹੈ? ਉਹ ਇੰਸ਼ੋਰੈਂਸ ਦੀ ਪਾਲਿਸੀ ਨਾਲ ਲਾਓ। ਜਿਹੜਾ ਰਜਿਸਟਰ ਤੁਸੀਂ ਮੇਨਟੇਨ ਕਰਦੇ ਹੋ ਦੁੱਧ ਦੇਣ ਵਾਲਾ ਜਾਂ ਡੇਅਰੀ ਤੋਂ ਤੁਹਾਡਾ ਰਿਕਾਰਡ ਹੈ, ਉਹ ਨਾਲ ਲਾ ਕੇ ਦਿਓ। ਅਤੇ ਜਿਹੜਾ ਤੁਸੀਂ ਪੈਸਾ ਲੈਂਦੇ ਹੋ ਉਹਦੀ ਇਨਕਮ ਟੈਕਸ ਦੀ ਰਿਟਰਨ ਫਾਈਲ ਕਰੋ। ਸਿੰਪਲ, ਆਹੀ GT ਹੈ। ਬਟ ਅਗੇਨ ਇਹ ਲੋਕਾਂ ਨੇ ਇੰਨਾ ਖਊਆ ਬਣਾਤਾ ਨਾ, ਇਹ ਤਾਂ ਬਹੁਤ ਕਾਗਜ਼ ਹੈ। ਇਹ ਕਾਗਜ਼ ਤੁਹਾਡੇ ਘਰ ਹੀ ਪਏ ਨੇ, ਤੁਹਾਡੇ ਘਰੇ, ਤੁਹਾਡੇ ਵਿਹੜੇ ਦੇ ਵਿੱਚ ਜਿਹੜੇ ਪਸ਼ੂ ਬੰਨੇ ਹੋਏ ਨੇ ਉੱਥੇ ਹੋਣਗੇ, ਡਾਕਟਰ ਤੁਹਾਡੇ ਇਲਾਕੇ ਵਿੱਚ ਹੈ, ਤੁਹਾਡਾ ਰੋਜ਼ 15-20 ਦਿਨ ਬਾਅਦ ਮੇਲ ਜੋਲ ਹੁੰਦਾ ਹੀ ਹੋਏਗਾ ਕਿਸੇ ਪਸ਼ੂ ਦੇ ਰਿਲੇਟਡ ਪ੍ਰੋਬਲਮ ਕਰਕੇ, ਉਹ ਤੋਂ ਚਿੱਠੀ ਲੈਣੀ ਹੈ। ਅਤੇ ਫਿਰ ਹਊਆ ਕਿਸ ਚੀਜ਼ ਦਾ? ਜੈਨੂਅਨ ਮਤਲਬ ਜੈਨੂਅਨ, ਸ਼ੁਰੂਆਤ ਜੈਨੂਅਨ ਦੀ ਹੁੰਦੀ ਹੈ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਅਸੀਂ ਜੈਨੂਅਨਿਟੀ ਕ੍ਰੀਏਟ ਕਰਨ ਜਾਂਦੇ ਹਾਂ ਵੀ ਇਹ ਹੋਏ ਤਾਂ ਬਹੁਤ ਕੁਛ ਹੈ, ਅਤੇ ਹੁਣ ਪਸ਼ੂ ਕਿੱਥੋਂ ਕਰਨੇ ਆ, ਅਤੇ ਉਹ ਕਿੱਥੋਂ ਕਰਨਾ, ਡੇਅਰੀ ਇਨਕਮ ਦਿਖਾਣੀ ਹੈ ਪਰ ਪਸ਼ੂ ਹੈ ਨਹੀਂ ਮੇਰੇ ਕੋਲ, ਫਿਰ ਗਵਾਂਢੀ ਦੇ ਪਸ਼ੂ ਫੜਨੇ, ਫਿਰ ਕਾਗਜ਼ ਕਰਨੇ। ਪ੍ਰੋਬਲਮ ਉਹ ਹੈ, ਆਸਟ੍ਰੇਲੀਆ ਉਹਨਾਂ ਵਾਸਤੇ ਸਖਤ ਹੈ ਜਿਹੜਾ ਕਿ ਜੈਨੂਅਨਿਟੀ ਕ੍ਰੀਏਟ ਕਰਦਾ, ਜੋ ਹੈ ਨਹੀਂ ਉਹਨੂੰ ਬਣਨ ਦੀ ਕੋਸ਼ਿਸ਼ ਕਰਦਾ। ਜੋ ਹੈ ਉਹ ਤਾਂ ਵੈਸੇ ਹੀ ਜੈਨੂਅਨ ਹੈ, ਉਹ ਆਸਟ੍ਰੇਲੀਆ ਉਹਨਾਂ ਵਾਸਤੇ ਹਮੇਸ਼ਾ ਖੁੱਲ੍ਹਾ ਸੀ ਅਤੇ ਖੁੱਲ੍ਹਾ ਰਹੇਗਾ। ਐਂਡ ਅਤੇ ਇਹੀ ਕਈ ਸਵਾਲਾਂ ਦੇ ਜਵਾਬ, ਇਹ ਤਾਂ ਇੱਕ ਐਗਜ਼ਾਮਪਲ ਸੀ। ਬਹੁਤ ਸਾਰੇ ਸਵਾਲ ਬੱਚਿਆਂ ਦੇ ਮਨ 'ਚ ਹੁੰਦੇ ਨੇ GT ਵਾਸਤੇ, ਮੈਰਿਜ ਨੂੰ ਲੈ ਕੇ, ਕੋਰਸ ਨੂੰ ਲੈ ਕੇ, ਪੜ੍ਹਾਈ ਨੂੰ ਲੈ ਕੇ, ਪਾਰਟ ਟਾਈਮ ਜੌਬ ਨੂੰ ਲੈ ਕੇ। ਕਈ ਪੜ੍ਹਨ ਵਾਲੇ ਬੜੇ ਇੰਟੈਲੀਜੈਂਟ ਹੁੰਦੇ ਨੇ, ਭਾਜੀ ਇੰਟਰਨਸ਼ਿਪ ਦੱਸੋ, ਸਕਾਲਰਸ਼ਿਪ ਦੱਸੋ। ਉਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਸੈਮੀਨਾਰ 'ਚ ਮਿਲਣਗੇ, ਯੂਨੀਵਰਸਿਟੀ ਦੇ ਮੂੰਹੋਂ, ਉਹਨਾਂ ਦੇ ਰੈਪ ਦੇ ਮੂੰਹੋਂ। ਕੀ ਤੁਸੀਂ ਐਲੀਜੀਬਲ ਵੀ ਹੈਗੇ ਹੋ ਕਿ ਨਹੀਂ ਹੈਗੇ ਹੋ? ਜੇ ਹੈਗੇ ਹੋ ਤਾਂ ਕਿਵੇਂ ਐਲੀਜੀਬਲ ਬਣੋਗੇ? ਤਾਂ ਇਹ ਉਹ ਮੌਕਾ ਜਿੱਥੇ ਤੁਹਾਨੂੰ ਬਹੁਤ ਘੱਟ ਮਿਲਦਾ 1-to-1 ਯੂਨੀਵਰਸਿਟੀ ਨਾਲ ਗੱਲ ਕਰਨ ਦਾ। ਐਂਡ ਆਈ ਐਮ ਰੈਫਰਿੰਗ ਟੂ ਦਾ ਯੂਨੀਵਰਸਿਟੀਜ਼, ਕਾਲਜਿਸ ਦੀ ਗੱਲ ਨਹੀਂ ਕਰਦਾ ਪਿਆ। ਯੂਨੀਵਰਸਿਟੀਜ਼ ਆਉਣਗੀਆਂ ਅਲੱਗ-ਅਲੱਗ 4 ਸਟੇਟਾਂ ਤੋਂ ਆਸਟ੍ਰੇਲੀਆ ਦੀਆਂ। ਜੀ ਬਿਲਕੁਲ। ਸੋ ਬਹੁਤ ਹੀ ਵਧੀਆ ਐਗਜ਼ਾਮਪਲ ਦੇ ਕੇ ਤੁਸੀਂ GT ਦੇ ਪ੍ਰੋਸੈਸ ਨੂੰ ਸਮਝਾਇਆ, ਕਿਉਂਕਿ ਵਾਕਈ ਇੱਕ ਬੜਾ ਹੀ ਔਖਾ ਵਰਡ ਮੰਨਿਆ ਜਾਂਦਾ ਹੈ GT। ਇਹਨੂੰ ਕਲੀਅਰ ਕਰਨ ਨੂੰ ਲੈ ਕੇ, ਇਸਦੀ ਫਾਰਮੈਲਿਟੀਜ਼ ਨੂੰ ਲੈ ਕੇ ਬਹੁਤ ਮੁਸ਼ਕਿਲ ਸਮਝਦੇ ਨੇ ਸਾਰੇ ਸਟੂਡੈਂਟਸ, ਉਹਨਾਂ ਦੇ ਪੇਰੈਂਟਸ ਦੀ ਗੱਲ ਕਰ ਲਈਏ। ਪਰ ਸਰ ਨੇ ਬਹੁਤ ਹੀ ਵਧੀਆ ਐਗਜ਼ਾਮਪਲ ਦੇ ਕੇ ਸਭ ਨੂੰ ਸਮਝਾਇਆ। ਹੋਪ ਤੁਸੀਂ ਇਹ ਸਾਰੇ ਪ੍ਰੋਸੈਸ ਨੂੰ ਸਮਝ ਗਏ ਹੋ ਕਿ ਕਿੰਨਾ ਅਸੀਂ ਜੈਨੂਅਨ ਰੱਖ ਕੇ ਵਧੀਆ ਢੰਗ ਨਾਲ ਆਪਣੀ GT ਜੋ ਹੈ ਟਾਈਮਲੀ ਕਲੀਅਰ ਕਰਵਾ ਸਕਦੇ। ਸੋ ਬਹੁਤ ਸਾਰੀ ਦਿੱਕਤ ਫੇਸ ਕਰਨੀ ਪੈਂਦੀ ਹੈ ਜ਼ਿਆਦਾਤਰ ਜਿਹੜੀ ਪ੍ਰੋਫਾਈਲਸ ਹੁੰਦੀ ਹੈ ਜਿਨ੍ਹਾਂ ਦੇ ਘਰ ਦਾ ਆਪਣਾ ਬਿਜ਼ਨਸ ਹੁੰਦਾ ਹੈ। ਸੋ ਉਹਨਾਂ ਨੂੰ ਰਾਈਟ ਪ੍ਰੋਸੈਸ ਤੇ ਚੱਲਣ ਦੇ ਲਈ ਤੁਸੀਂ ਕੁਝ ਖਾਸ ਪੁਆਇੰਟਸ ਕੀ ਕਹਿਣਾ ਚਾਹੋਗੇ? ਕਿਉਂਕਿ ਜ਼ਿਆਦਾ ਉਲਝਣ ਉਹਨਾਂ ਸਟੂਡੈਂਟਸ ਨੂੰ ਹੀ ਵੇਖਣ ਨੂੰ ਮਿਲਦੀ ਹੈ ਜੋ ਆਪਣੇ ਘਰ ਦੇ ਬਿਜ਼ਨਸ 'ਚ ਇਨਵੋਲਵ ਹੁੰਦੇ ਨੇ। ਬਿਲਕੁਲ, ਕਿਉਂਕਿ ਇਹ ਜੇ ਆਪਾਂ ਨੂੰ ਜੇ ਐਗਜ਼ਾਮਪਲ ਦਈਏ, ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੈ ਅਤੇ ਆਪਣੇ ਘਰ ਦੇ ਕਾਰੋਬਾਰ 'ਚ ਇੰਗੇਜ ਹੈ। ਮੰਨ ਲਓ ਦੁਕਾਨਦਾਰੀ ਹੈ, ਕੱਪੜਿਆਂ ਦੀ ਦੁਕਾਨ ਦੀ, ਮਤਲਬ ਕਿਤੇ ਵੀ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ। ਹੁਣ ਨੋਰਮਲ ਟੈਂਡੈਂਸੀ ਹੈ, ਜੇ ਮੈਂ ਗ੍ਰੈਜੂਏਟ ਕਰ ਲਈ, ਮੇਰੇ ਫਾਦਰ ਸਾਹਿਬ ਦਾ ਕਾਰੋਬਾਰ ਹੈ, ਮੈਂ ਉੱਥੇ ਜੁਆਇਨ ਕਰੂੰਗਾ। ਹੁਣ ਜੇ ਮੈਂ ਆਪਣਾ ਘਰ ਦਾ ਬਿਜ਼ਨਸ ਜੁਆਇਨ ਕੀਤਾ, ਉੱਥੇ ਨਾ ਤਾਂ ਮੈਨੂੰ ਅਪਾਇੰਟਮੈਂਟ ਲੈਟਰ ਮਿਲਣਾ, ਨਾ ਮਹੀਨੇ ਦੇ ਮਹੀਨੇ ਤਨਖਾਹ ਮੇਰੀ ਖਾਤਿਆਂ 'ਚ ਆਉਣੀ ਹੈ। ਅਤੇ ਵਟ ਡਜ਼ ਦੈਟ ਮੀਨ ਕਿ ਮੈਂ ਕੰਮ ਨਹੀਂ ਕਰਦਾ ਪਿਆ? ਹੁਣ ਬੱਚਾ ਕਹਿੰਦਾ ਨਹੀਂ, ਮੈਂ ਨਾ ਆਪਣਾ ਪੂਰਾ ਛੱਡ ਕੇ ਕਿਤੇ ਨੌਕਰੀ ਦਿਖਾਵਾਂ, ਕਿਉਂਕਿ ਕਾਗਜ਼ ਜੈਨੂਇਨਟੀ ਕ੍ਰੀਏਟ ਕਰਨ ਚਲੇ ਗਏ ਨਾ। ਹੁਣ ਜੇ ਉਹ ਚੀਜ਼ ਆ ਗਈ ਤਾਂ ਤੁਸੀਂ ਕਿੰਨਾ ਕੁ ਡਾਕੂਮੈਂਟ ਦੇ ਦੋਗੇ ਉਸ ਚੀਜ਼ ਦਾ? ਅਤੇ ਤੁਸੀਂ ਆਪਣਾ ਕੰਟਰੋਲ ਤੀਜੇ ਬੰਦੇ ਨੂੰ ਦੇ ਦਿੱਤਾ, ਜੋ ਕਿ ਘਰੇ ਕੰਟਰੋਲ ਹੋ ਸਕਦੀ ਸੀ। ਹੁਣ ਇਹਨੂੰ ਥੋੜ੍ਹਾ ਜਿਹਾ ਸਮਝਦੇ ਹਾਂ। ਇਸੇ ਪ੍ਰੋਫਾਈਲ ਨੂੰ ਜੇ GT ਕਰਨਾ ਹੋਵੇ, ਸਭ ਤੋਂ ਪਹਿਲੀ ਚੀਜ਼, ਤੁਸੀਂ ਗ੍ਰੈਜੂਏਸ਼ਨ ਕਦ ਕੀਤੀ? ਮੰਨ ਲੈਂਦੇ ਹਾਂ 2-3 ਸਾਲ ਪਹਿਲਾਂ ਕੀਤੀ, BCom BA BBA ਵਟਐਵਰ ਪੜ੍ਹਾਈ ਕਰਕੇ ਤੁਸੀਂ ਕਾਰੋਬਾਰ 'ਚ ਆ ਗਏ। ਤੁਹਾਡੇ ਫਾਦਰ ਸਾਹਿਬ ਰਿਟਰਨ ਹਰ ਸਾਲ ਭਰਦੇ ਪਏ ਹੈ,
ਚਾਹੇ ਉਹ ਕਾਰੋਬਾਰ ਦੀ ਹੈ, ਚਾਹੇ ਉਹ ਬਿਜ਼ਨਸ ਹੈ, ਸੈਲਰੀ ਦਿਖਾ ਕੇ ਉਹ ਤੁਹਾਡਾ ਹਰ ਸਾਲ ਰਿਟਰਨ ਫਾਈਲ ਹੁੰਦੀ, ਪਰ ਤੁਹਾਨੂੰ ਪੈਸੇ ਮਿਲਦੇ ਕੈਸ਼ ਜਾਂ ਤੁਹਾਨੂੰ ਪਾਕਟ ਮਨੀ ਮਿਲਣੀ ਹੈਗੀ ਹੈ ਆਪਣੇ ਫਾਦਰ ਸਾਹਿਬ ਤੋਂ। ਹੁਣ ਜਦ ਇਹ ਦੁਕਾਨਦਾਰੀ ਦੇ ਵਿੱਚ ਇਹ ਬੱਚਾ ਜੇ MBA ਕਰਨ ਜਾਂਦਾ ਹੈ, MBA 'ਚ ਕੀ ਸਬਜੈਕਟ ਹੋਣਗੇ? ਮੰਨ ਲਓ ਕਸਟਮਰ ਬਿਹੇਵੀਅਰ ਅੰਡਰਸਟੈਂਡ ਕਰਨਾ, ਤੁਹਾਡਾ ਗਾਹਕ ਤੁਹਾਡੀ ਦੁਕਾਨ ਤੇ ਆ ਰਿਹਾ ਹੈ, ਤੁਹਾਨੂੰ 4-5 ਮਿੰਟ ਗਾਹਕ ਨਾਲ ਗੱਲ ਕਰਕੇ ਪਤਾ ਲੱਗ ਜਾਂਦਾ ਹੈ ਇਹ ਕੀ ਚੀਜ਼ ਭਾਲਦਾ ਪਿਆ, ਕਿ ਇਹ ਮੇਰੇ ਕੋਲ ਹੈਗੀ ਹੈ, ਜੇ ਨਹੀਂ ਹੈਗੀ ਤਾਂ ਮੈਂ ਉਹਨੂੰ ਕਲੋਜ਼ੈਸਟ ਕਿਹੜੀ ਚੀਜ਼ ਦੇਣੀ ਹੈ ਜਾਂ ਚਿਪਕਾਣੀ ਹੈ। ਠੀਕ ਹੈ, ਤੁਸੀਂ ਕਸਟਮਰ ਨੂੰ ਅੰਡਰਸਟੈਂਡ ਕਰਨਾ ਸ਼ੁਰੂ ਕਰ ਦਿੰਦੇ ਹੋ। ਉਸ ਤੋਂ ਬਾਅਦ ਜੇ ਤੁਹਾਡਾ ਕੋਈ ਰੈਪੀਟੇਟਿਵ ਕਸਟਮਰ ਹੈ, ਹਰ ਮਹੀਨੇ ਤੁਹਾਡੇ ਤੋਂ ਕੁਛ ਨਾ ਕੁਛ ਲੈ ਕੇ ਜਾਂਦਾ ਹੈ, ਹਰ 3 ਮਹੀਨੇ ਬਾਅਦ ਤੁਹਾਡੀ ਉਹਨਾਂ ਜਾਣਕਾਰੀ ਹੋ ਜਾਂਦੀ, ਹੋਰ ਭਾਜੀ ਕੀ ਹਾਲ ਹੈ, ਬੜੀ ਦੇਰ ਬਾਅਦ ਆਏ, ਕੀ ਦਿਖਾਵਾਂ, ਸ਼ਰਟ ਇਹ ਉਹ ਸਾਰਾ, ਉਹ ਤੁਹਾਡਾ ਰੈਪੀਟੇਟਿਵ ਕਸਟਮਰ ਹੈ। ਦੁਕਾਨ ਤੋਂ ਬਾਹਰ ਜਾਂਦੇ ਹੋ, ਸੱਜੇ ਖੱਬੇ ਮਾਰਕੀਟ 'ਚ ਦੇਖੋਗੇ ਤੁਹਾਡੇ ਕੰਪੀਟੀਸ਼ਨ ਕੀ ਕਰਦਾ ਪਿਆ ਮਾਰਕੀਟਿੰਗ ਵਾਸਤੇ। ਉਹਨੇ ਬੈਨਰ ਲਾਤੇ ਬਾਹਰ, ਉਹਨੇ ਇਸ਼ਤਿਹਾਰ ਵੰਡਣੇ ਸ਼ੁਰੂ ਕਰਤੇ, ਜਾਂ ਉਹਨੇ ਮੈਨੀਕੁਇਨ ਚੇਂਜ ਕਰਤੇ ਦੁਕਾਨ ਦੇ ਬਾਹਰ, ਸੋਹਣੇ ਸੋਹਣੇ ਮੈਨੀਕੁਇਨ ਲੈ ਆਇਆ। ਇਹ ਤੁਹਾਡੀ ਮਾਰਕੀਟ ਰਿਸਰਚ ਹੈ। ਹੁਣ ਜੇ ਤੁਸੀਂ ਆਪਣੇ ਪੂਰੇ ਐਕਸਪੀਰੀਅੰਸ ਨੂੰ ਇੱਕ ਦਿਮਾਗ 'ਚ ਇਹ ਲਾ ਲਓ, ਇਹ ਤਾਂ ਦੁਕਾਨਦਾਰੀ ਹੈ। ਕੀ ਦੇਵਾਂਗਾ ਲੈਟਰ ਪੈਡ ਤੇ ਲਿਖ ਕੇ ਵੀ ਮੈਂ ਫਲਾਨੀ ਡੇਟ ਤੋਂ ਫਲਾਨੀ ਡੇਟ ਕੰਮ ਕੀਤਾ, 3 ਲਾਈਨਾਂ 'ਚ ਲੈਟਰ ਪੈਡ ਤੇ ਖਤਮ। ਪਰ ਦੂਜੇ ਪਾਸੇ ਜੋ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ, ਦੈਟ ਤੁਸੀਂ ਕੀ ਕੀ ਸਿੱਖਿਆ ਉਸ ਦੁਕਾਨਦਾਰੀ ਦੇ ਵਿੱਚ, ਹੋ ਸਕਦਾ ਨੈਗੋਸੀਏਸ਼ਨ ਸਕਿੱਲ ਵੀ ਸਿੱਖੇ ਹੋਣ। ਗਾਹਕ ਕਹਿੰਦਾ ਨਹੀਂ ਭਾਜੀ ਇੰਨੇ ਪੈਸੇ ਨਹੀਂ ਦੇਣੇ, ਤੁਸੀਂ ਕਹਿੰਦੇ ਕੋਈ ਨਹੀਂ ਭਾਜੀ ਇੰਨੇ 'ਚ ਕਰ ਲੈਂਦੇ ਆ, ਕਿਉਂਕਿ ਤੁਹਾਡੇ ਕੈਲਕੂਲੇਸ਼ਨ ਦਿਮਾਗ ਦੇ ਵਿੱਚ ਹੈ, ਫਾਇਦਾ ਹੋ ਰਿਹਾ ਨੁਕਸਾਨ ਹੋ ਰਿਹਾ। ਉਹ ਸਾਰੀ ਚੀਜ਼ਾਂ ਨੂੰ ਉਸ ਲੈਟਰ ਪੈਡ ਤੇ ਲਿਖੋ, SOP ਦੇ ਵਿੱਚ ਲਿਖੋ, ਆਪਣੇ ਇੰਟਰਵਿਊ ਦੇ ਵਿੱਚ ਦੱਸੋ। ਸਭ ਤੋਂ ਜ਼ਿਆਦਾ GT ਇਹੋ ਜਿਹਾ ਬੱਚਾ ਹੁੰਦਾ ਜਿਹੜਾ ਆਪਣੇ ਡਾਕੂਮੈਂਟੇਸ਼ਨ ਨੂੰ ਆਪਣੇ ਕੰਟਰੋਲ 'ਚ ਰੱਖਦਾ ਤੇ ਐਕਚੁਅਲ 'ਚ ਉਹ ਕੰਮ ਕਰਦਾ ਤੇ ਉਹਨੂੰ ਪ੍ਰੈਜ਼ੈਂਟ ਹੀ ਨਹੀਂ ਹੈਗਾ ਉਹ ਇਹ ਕੰਮ ਕਰਦਾ। ਉਹ ਸਭ ਚੀਜ਼ਾਂ ਛੱਡ ਕੇ ਕਿਸੇ ਇੱਕ ਸਲਾਹ ਤੇ ਭਾਜੀ ਇਹ ਨਹੀਂ ਹੋਣਾ, ਕਿਤੇ ਕੰਮ ਦਿਖਾ ਦਿਓ, ਮੈਂ ਤੁਹਾਨੂੰ ਆਫਿਸ ਵੀ ਦੱਸ ਦਿੰਦਾ, ਉੱਥੋਂ ਜਾਲੀ ਕਾਗਜ਼ ਬਣਾ ਲਓ ਜਾਂ ਕਾਗਜ਼ ਬਣਾ ਲਓ, ਤਨਖਾਹ ਦੇਖ ਲਾਂਗੇ ਕੀ ਕਰਨਾ। ਉਹ ਪੈਸੇ ਦੇ ਕੇ ਉਹ ਚੀਜ਼ ਲੈਂਦਾ ਜੋ ਉਹਦੇ ਆਲਰੇਡੀ ਘਰੇ ਫ੍ਰੀ 'ਚ ਪਈ ਹੈ। ਹੁਣ GT ਆਹ ਵਾਲਾ ਹੋਇਆ ਜਾਂ ਉਹ ਵਾਲਾ ਹੋਇਆ, ਆਪ ਤੁਸੀਂ ਮਤਲਬ ਸਮਝ ਸਕਦੇ ਹੋ। ਤੇ ਅੰਬੈਸੀ ਨੂੰ ਇਹ ਚੀਜ਼ਾਂ ਪਤਾ ਹੈ। ਅੰਬੈਸੀ ਨੂੰ ਪਤਾ ਲੱਖ ਰੁਪਏ ਤਨਖਾਹ ਦੇ ਉੱਤੇ ਫਾਦਰ ਸਾਹਿਬ ਦੀ ਰਿਟਰਨ ਕਾਰੋਬਾਰ ਦੀ 5-7 ਲੱਖ ਦੀ ਹੈ, ਤੁਸੀਂ ਲੱਖ ਰੁਪਏ ਦੀ ਕਿਉਂ ਨੌਕਰੀ ਕਰਦੇ ਪਿਓ ਬਾਹਰ। ਕੁਝ ਬੇਸਿਕ ਚੀਜ਼ਾਂ ਜੋਗ੍ਰਾਫੀ ਦੇ ਹਿਸਾਬ ਨਾਲ ਅੰਬੈਸੀ ਅੰਡਰਸਟੈਂਡ ਕਰਦੀ ਹੈ, ਵੀਜ਼ਾ ਆਫਿਸਰ ਅੰਡਰਸਟੈਂਡ ਕਰਦੇ ਆ। ਤਾਂ ਆਪਣੀ ਸੱਚਾਈ ਨੂੰ ਹੀ ਲੈ ਕੇ ਚੱਲੋ। ਤੁਹਾਨੂੰ ਸਿਰਫ ਸੱਚਾਈ ਪੇਸ਼ ਕਰਨ ਲਈ ਕੰਸਲਟੈਂਟ ਚਾਹੀਦਾ, ਉਹਦੀ ਇੰਟੈਲੀਜੈਂਸ ਤੁਹਾਨੂੰ ਆਪਣੀ ਸੱਚਾਈ ਦੱਸਣ ਵਾਸਤੇ ਚਾਹੀਦੀ ਹੈ ਅੰਬੈਸੀ ਨੂੰ, ਤਾਂ ਕਿ ਅੰਬੈਸੀ ਤੁਹਾਡੀ ਸੱਚਾਈ ਨਾਲ ਰੂਬਰੂ ਹੋ ਕੇ ਉਹਨੂੰ ਐਕਸੈਪਟ ਕਰੇ ਦਾ ਵੇ ਇਟ ਇਜ਼, ਐਂਡ ਦੈਟ ਇਜ਼ GT। ਬਿਲਕੁਲ ਬਿਲਕੁਲ। ਸੋ ਤੁਹਾਡੀ ਆਪਣੀ ਪ੍ਰੋਫਾਈਲ ਨੂੰ ਲੈ ਕੇ ਤੁਸੀਂ ਹੋਰ ਅੱਛੀ ਤਰ੍ਹਾਂ ਨਾਲ ਅਗਰ ਆਪਸ਼ਨਸ ਬਾਰੇ ਜਾਣਨਾ ਚਾਹੁੰਦੇ ਹੋ ਆਸਟ੍ਰੇਲੀਆ ਦਾ, ਤਾਂ ਜ਼ਰੂਰ ਤੁਸੀਂ 5 ਮਈ ਨੂੰ ਜਿਹੜਾ ਆਸਟ੍ਰੇਲੀਆ ਦਾ ਸੈਮੀਨਾਰ ਆਰਗੇਨਾਈਜ਼ ਕੀਤਾ ਗਿਆ ਹੈ ESS ਗਲੋਬਲ ਦੇ ਵੱਲੋਂ, ਇਸ ਦਾ ਹਿੱਸਾ ਜ਼ਰੂਰ ਬਣੋ। ਹੋਟਲ ਅਰੋਮਾ ਦੇ ਵਿੱਚ ਹੈ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਹ ਸੈਮੀਨਾਰ ਰਹੇਗਾ ਤੇ ਆਸਟ੍ਰੇਲੀਆ ਦੀਆਂ 8 ਤੋਂ 10 ਯੂਨੀਵਰਸਿਟੀਜ਼ ਦੇ ਨੁਮਾਇੰਦੇ ਇੱਥੇ ਪਹੁੰਚਣਗੇ। ਸੋ ਤੁਸੀਂ ਡਿਟੇਲ ਦੇ ਵਿੱਚ ਜਾਣ ਸਕੋਗੇ ਕਿਹੜੀ ਬੈਸਟ ਆਪਸ਼ਨਸ ਨੇ ਜਾਂ ਸਕਾਲਰਸ਼ਿਪਸ ਤੁਹਾਨੂੰ ਮਿਲ ਸਕਦੀਆਂ ਨੇ, ਕਿੰਨਾ ਫਾਇਦਾ ਮਿਲ ਸਕਦਾ ਹੈ, ਕਿਹੜੀ ਯੂਨੀਵਰਸਿਟੀ ਜਾਂ ਕਾਲਜ ਵਿੱਚ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ। ਸੋ ਅੱਗੋਂ ਆਪਾਂ ਚਲੋ ਕਾਫੀ GT ਨੂੰ ਲੈ ਕੇ ਕਲੀਅਰੈਂਸ ਦਿੱਤੀ ਹੈ, ਕਾਫੀ ਕਲੀਅਰ ਕੀਤਾ ਉਹਨਾਂ ਨੂੰ। ਤੇ ਮੈਂ ਇੱਥੇ ਜ਼ਰੂਰ ਚਾਹੂੰਗੀ ਕਿ ਹੁਣ ਆਪਾਂ ਨੈਕਸਟ ਜਿਹੜਾ ਇਨਟੇਕ ਹੈ, ਨਵੰਬਰ ਇਨਟੇਕ ਦੀ ਗੱਲ ਜ਼ਰੂਰ ਕਰੀਏ। ਫਰੈਸ਼ ਪ੍ਰੋਫਾਈਲਸ ਨੇ ਸਟੂਡੈਂਟਸ ਦੇ, ਹੁਣ ਰਿਜ਼ਲਟ ਆਣੇ ਹੈ, ਕਿਹੜੇ ਸਹੀ ਢੰਗ ਨਾਲ ਨੂੰ ਪਲਾਨ ਕਰਨ ਤਾਂ ਕਿ ਬੜਾ ਸਮੂਥਲੀ ਉਹ ਆਪਣਾ ਵੀਜ਼ਾ ਹਾਸਲ ਕਰ ਸਕਣ। ਜਿਹੜੇ +2 ਵਾਲੇ ਸਟੂਡੈਂਟ ਹੈ ਜੀ, ਸਭ ਤੋਂ ਪਹਿਲਾਂ ਤਾਂ ਆਪਣੇ ਮਾਰਕਸ਼ੀਟ ਦੇ ਉੱਤੇ 4 ਅਕੈਡਮਿਕ ਸਬਜੈਕਟ ਨੂੰ ਦੇਖਣ। ਫॉर ਐਗਜ਼ਾਮਪਲ ਨਾਨ ਮੈਡੀਕਲ ਦੇ ਵਿੱਚ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ ਐਂਡ ਇੰਗਲਿਸ਼। ਫਿਜ਼ੀਕਲ ਐਜੂਕੇਸ਼ਨ ਨੂੰ ਛੱਡੋ, ਪੰਜਾਬੀ ਨੂੰ ਛੱਡੋ, ਹਿੰਦੀ ਨੂੰ ਛੱਡੋ, ਕੰਪਿਊਟਰ ਸਾਇੰਸ, ਐਨਵਾਇਰਨਮੈਂਟਲ ਸਭ ਛੱਡ ਦਿਓ। 4 ਸਬਜੈਕਟਾਂ ਦੇਖੋ। ਜੇ ਤੁਸੀਂ CBSE ਤੋਂ ਪਾਸ ਆਊਟ ਹੋ, ਤੁਹਾਡੇ 4 ਸਬਜੈਕਟਾਂ ਦਾ ਟੋਟਲ ਐਵਰੇਜ 60% ਬਣਦਾ ਪਿਆ, ਔਰ ਸਟੇਟ ਬੋਰਡ ਤੋਂ ਹੈਗੇ ਹੋ ਕਿ ਤੁਹਾਡਾ ਸਬਜੈਕਟਾਂ ਦਾ ਟੋਟਲ 65% ਬਣਦਾ ਪਿਆ। ਜੇ ਇਹ ਫਿਗਰ ਆਂਦੀ ਹੈ ਫਿਰ ਹੀ ਤੁਸੀਂ ਆਸਟ੍ਰੇਲੀਆ ਵਾਸਤੇ ਅਪਲਾਈ ਕਰ ਸਕਦੇ ਹੋ। ਜੇ CBSE ਦੇ ਵਿੱਚ 4 ਸਬਜੈਕਟਾਂ ਦੇ ਵਿੱਚ 55% ਨੰਬਰ ਨੇ, ਨਹੀਂ ਕਰ ਸਕਦੇ। ਸਟੇਟ ਬੋਰਡ ਤੋਂ ਤੁਹਾਡੇ 58, 59, 60% ਨੰਬਰ ਨੇ, ਨਹੀਂ ਕਰ ਸਕਦੇ 4 ਸਬਜੈਕਟਾਂ ਦੇ ਵਿੱਚ ਅਕੈਡਮਿਕ ਸਬਜੈਕਟ। ਹੁਣ ਚੈਲੰਜ ਆਉਂਦਾ ਹਿਊਮੈਨਿਟੀਜ਼ ਵਾਲਿਆਂ ਵਾਸਤੇ, ਜੋ ਸਭ ਤੋਂ ਵੱਡਾ ਗਰੁੱਪ ਹੈ ਆਪਣੇ ਇੰਡੀਆ ਦੇ ਵਿੱਚ ਜਿਹੜਾ ਹਿਊਮੈਨਿਟੀਜ਼ ਕਰਦਾ ਹੈ। ਉਹਨਾਂ ਲਈ ਜਿਹੜੇ ਕੋਰਸ ਆਪਸ਼ਨ ਨੇ ਨਾਰਮਲੀ ਕਮਿਊਨੀਕੇਸ਼ਨ ਦੇ ਹੋ ਗਏ ਜਾਂ IT ਦੇ ਹੋ ਗਏ, ਕੁਝ ਜਿਸ ਬੇਸਿਕ ਕੰਪਿਊਟਰ ਸਾਇੰਸ ਜਿਹੜਾ ਐਡੀਸ਼ਨਲ ਸਬਜੈਕਟ ਪੜ੍ਹਾਇਆ ਜਾਂਦਾ ਹੈ, ਉਹਦੇ ਨਾਲ ਵੀ ਤੁਸੀਂ ਜਾ ਸਕਦੇ ਹੈਗੇ ਹੋ। ਔਰ ਲੋਟ ਆਫ ਅਦਰ D2D ਪ੍ਰੋਗਰਾਮਸ ਯੂਨੀਵਰਸਿਟੀਆਂ ਦੇ ਵਿੱਚ ਜੋ ਤੁਸੀਂ ਐਲੀਜੀਬਲ ਹੁੰਦੇ ਹੋ, ਤਾਂ ਉਹਦੇ ਵਾਸਤੇ ਤੁਹਾਨੂੰ ਗਾਈਡ ਦੀ ਜ਼ਰੂਰਤ ਪਏਗੀ। ਪਰ ਪਰਸੈਂਟੇਜ ਆਹੀ ਹੋਣਾ ਚਾਹੀਦਾ, ਇੱਥੇ ਧਿਆਨ ਰੱਖਣਾ। CBSE 60%, ਸਟੇਟ ਬੋਰਡ 65%। ਤਾਂ ਉਹ ਤੁਸੀਂ ਘਰੇ ਕੈਲਕੂਲੇਟ ਕਰ ਸਕਦੇ ਹੋ ਕਿ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ। ਆਲਸ 6 ਈਚ ਦਾ ਹੀ ਜ਼ੋਰ ਲਾ ਕੇ ਚੱਲੋ। PT 54 ਨਾਟ ਲੈਸ ਦੈਨ 50 ਦਾ ਜ਼ੋਰ ਲਾ ਕੇ ਚੱਲੋ। ਜੇ ਤੁਹਾਡਾ ਆਲਸ ਦੇ ਵਿੱਚ 1 ਚ 5.5 ਮੋਡਿਊਲ, 1 ਚ 5.5 ਬੈਂਡ ਆਉਂਦੇ ਨੇ,
ਤਾਂ ਆਪਣੀ ਚੋਇਸ ਓਪਨ ਰੱਖੋ ਕਿਤੇ ਵੀ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਐਡਮਿਸ਼ਨ ਕ੍ਰਾਈਟੇਰੀਆ ਹਰੇਕ 43 ਯੂਨੀਵਰਸਿਟੀ ਦਾ ਵੱਖਰਾ ਵੱਖਰਾ ਹੈ। ਕੋਈ ਪਰਸੈਂਟੇਜ ਤਾਂ ਲੈਂਦੀ ਹੈ, ਕੋਈ ਨਹੀਂ ਲੈਂਦੀ। ਤਾਂ ਤੁਸੀਂ ਘਰੇ ਬੈਠ ਕੇ ਆਪਣੀ ਐਲੀਜੀਬਿਲਿਟੀ ਦੇਖ ਸਕਦੇ ਹੋ, ਆਸਟ੍ਰੇਲੀਆ ਕੁਆਲੀਫਾਈ ਕਰਦੇ ਹੋ ਜਾਂ ਨਹੀਂ ਕਰਦੇ ਹੋ। ਜੇ ਗ੍ਰੈਜੂਏਸ਼ਨ ਕੀਤੀ ਹੈ ਤੁਸੀਂ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪਾਸ ਆਊਟ ਹੈਗੇ ਹੋ, ਤਾਂ ਤੁਹਾਡਾ ਪਰਸੈਂਟੇਜ ਜਿਹੜਾ ਹੈ 55% ਹੋਣਾ ਚਾਹੀਦਾ ਮਿਨੀਮਮ। ਉਸ ਤੋਂ ਬਾਅਦ ਤੁਸੀਂ ਮਾਸਟਰਸ ਵਾਸਤੇ ਲੈ ਕੇ ਜਾ ਸਕਦੇ ਹੋ। ਬਟ ਕੋਰਸ ਸਿਲੈਕਸ਼ਨ ਤੁਹਾਡੇ ਵਾਸਤੇ ਬੜੀ ਮੇਜਰ ਰਹੇਗੀ, ਕਿਉਂਕਿ ਤੁਸੀਂ +2 ਵਾਲੇ ਬੱਚੇ ਨਹੀਂ ਹੋ। ਤੁਸੀਂ ਦੁਨੀਆਦਾਰੀ ਜ਼ਿਆਦਾ ਦੇਖੀ ਹੈ, ਪੜ੍ਹਾਈ ਥੋੜ੍ਹੀ ਜ਼ਿਆਦਾ ਸਮਝੀ ਹੈ। ਹੁਣ ਜੇ ਅੱਜ BCom ਵਾਲਾ ਬੱਚਾ ਉੱਥੇ MCom ਕਰਨ ਜਾਂਦਾ ਹੈ, ਉਹ ਕੋਈ ਪ੍ਰੋਗਰੈਸ਼ਨ ਨੂੰ ਪ੍ਰੋਗਰੈਸ਼ਨ ਨਹੀਂ ਗਿਣਦਾ, ਕਿਉਂਕਿ MCom ਕਰਨ ਤੋਂ ਬਾਅਦ ਵੀ ਤਨਖਾਹ ਕਿੰਨੀ ਮਿਲਣੀ ਹੈ? 15-20 ਹਜ਼ਾਰ ਇੰਡੀਆ 'ਚ ਆ ਕੇ। ਬਟ ਜੇ ਤੁਸੀਂ ਸਪੈਸ਼ਲਾਈਜ਼ ਕੋਰਸ ਫੜ ਲੈਂਦੇ ਹੋ, ਫॉर एग्जांपल MBA ਅਕਾਊਂਟਿੰਗ, ਫਾਈਨੈਂਸਿਸ ਦਾ, ਔਰ ਸਪਲਾਈ ਚੇਨ ਲੌਜਿਸਟਿਕਸ ਦਾ, ਔਰ ਬਹੁਤ ਸਾਰੇ ਕੋਰਸਿਸ ਮਿਲਣਗੇ ਸਪੈਸ਼ਲਾਈਜ਼ ਤਰੀਕੇ 'ਤੇ, ਜੋ ਅਗਲੇ ਆਉਣ ਵਾਲੇ 5 ਸਾਲਾਂ ਦੇ ਵਿੱਚ ਡਿਮਾਂਡ 'ਚ ਹੋਣ ਵਾਲੇ ਨੇ ਆਪਣੀ ਜੌਬ ਮਾਰਕੀਟ ਨੂੰ ਲੈ ਕੇ, ਇੰਡੀਆ ਦੀ ਜੌਬ ਮਾਰਕੀਟ ਨੂੰ ਲੈ ਕੇ। ਅੰਡਰਸਟੈਂਡ ਕਰਨਾ 300 ਵਰਡ ਦਾ ਜਿਹੜਾ SOP ਹੈ ਉਹ ਇਹੀ ਦਰਸਾਉਂਦਾ ਤੁਸੀਂ ਪੜ੍ਹ ਕੇ ਵਾਪਸ ਆਉਣਾ। ਤਾਂ ਤੁਸੀਂ ਕਾਰੋਬਾਰ ਜਾਂ ਕੋਰਸ ਉਹ ਸਿਲੈਕਟ ਕਰਨਾ ਹੈ ਜਿਹੜਾ ਇੰਡੀਆ ਦੇ ਵਿੱਚ ਆ ਕੇ ਡਿਮਾਂਡ 'ਚ ਹੋਵੇ, ਨਾ ਕਿ ਉੱਥੇ ਡਿਮਾਂਡ 'ਚ ਹੋਵੇ। ਉਹ ਗਲਤੀ ਬਹੁਤ ਲੋਕੀ ਕਰਦੇ ਨੇ, ਉੱਥੇ ਨਾਨ GT ਆ ਜਾਂਦਾ। ਰਿਫਿਊਜ਼ਲ ਦਾ ਕਾਰਨ ਕੀ ਆਉਂਦਾ ਹੈ? ਤੁਹਾਡੇ ਸੋਸ਼ੋ ਇਕਨੋਮਿਕ ਸਰਕਮਸਟੈਂਸਿਸ ਇਨ ਇੰਡੀਆ ਆਰ ਨਾਟ ਸਟਰੋਂਗ। ਤੇ ਸਾਨੂੰ ਲੱਗਦਾ ਤੁਸੀਂ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਨਹੀਂ ਕਰੋਗੇ, ਕੰਮ ਕਰੋਗੇ, ਕਿਉਂਕਿ ਤੁਸੀਂ ਕੋਰਸ ਇਹੋ ਜਿਹਾ ਲਿੱਤਾ ਹੋਇਆ ਜਿਹਦਾ ਕੋਈ ਇੰਡੀਆ 'ਚ ਕੋਈ ਸਿਰ ਪੈਰ ਹੈ ਨਹੀਂ। ਉਹਨਾਂ ਦੀ ਦੁਨੀਆ 'ਚ ਇੱਕ ਇਟਸ ਲਾਈਕ ਅ ਹੇਅਰ ਪਿਨ, ਤੁਸੀਂ ਪੜ੍ਹਨ ਜਾਂਦੇ ਪਏ ਹੋ ਅਤੇ ਵਾਪਸ ਇੰਡੀਆ ਆਉਣਾ, ਤਾਂ ਹੀ ਤੁਹਾਨੂੰ ਸਟੂਡੈਂਟ ਵੀਜ਼ਾ ਮਿਲਦਾ ਹੈ। ਹਾਊਐਵਰ ਦੇਰ ਆਰ ਪੋਲਿਸੀਜ਼ ਜਿਹੜੀ ਤੁਹਾਡੇ ਸਟੂਡੈਂਟ ਵੀਜ਼ਾ ਤੋਂ ਸਿੱਧਾ ਐਕਸਟੈਂਸ਼ਨ ਪੋਸਟ ਸਟੱਡੀ ਵਰਕ ਔਰ PR ਵਾਲੇ ਪਾਸੇ ਜਾਂਦੀਆਂ ਨੇ। ਬਟ ਵੀਜ਼ਾ ਅਫਸਰ ਤੁਹਾਨੂੰ ਵੀਜ਼ਾ ਦੇ ਰਿਹਾ ਸਬ ਕਲਾਸ 500, ਦੈਟ ਇਜ਼ ਸਟੂਡੈਂਟ ਵੀਜ਼ਾ, ਜਿੱਥੇ GT ਪ੍ਰਵੇਲ ਕਰਦੀ ਹੈ। ਤਾਂ ਕੁਝ ਬਹੁਤ ਸਾਰੇ ਇਹੋ ਜਿਹੇ ਕੋਰਸ ਸਿਲੈਕਸ਼ਨ, ਸਪੈਸ਼ਲਾਈਜ਼ ਪ੍ਰੋਗਰਾਮ ਔਰ ਪਰਸੈਂਟੇਜ ਸਪੈਸੀਫਿਕ ਚੀਜ਼ਾਂ ਰਹਿੰਦੀਆਂ ਜਿੱਥੇ ਇੱਕ ਸਟੂਡੈਂਟ ਮਾਤ ਖਾਂਦਾ, ਸਪੈਸ਼ਲੀ ਨਰਸਿਸ, ਟੀਚਰਸ ਜਾਂ IT ਬੈਕਗਰਾਊਂਡ। ਅੱਜ ਵੀ ਮਤਲਬ ਅੱਜ ਦੀ ਡੇਟ ਤੁਸੀਂ IT ਤੋਂ ਗੂਗਲ ਵੀ ਕਰ ਲਓਗੇ ਨਾ, ਤੁਹਾਨੂੰ ਇੰਨੀਆਂ ਸਪੈਸ਼ਲਾਈਜੇਸ਼ਨ ਮਿਲ ਜਾਣੀਆਂ ਤੁਸੀਂ ਸ਼ਾਇਦ ਕਦੇ ਸੁਣੀਆਂ ਵੀ ਨਹੀਂ ਹੋਣਗੀਆਂ। ਬਟ ਸਾਡਾ ਬੱਚਾ ਕਹਿੰਦਾ BCA ਕੀਤੀ ਤਾਂ MCA ਕਰਦੇ ਹਾਂ, ਜਨਰਲੀ ਕਰਦੇ ਹਾਂ। ਬਟ ਅੱਜ ਤਨਖਾਹ 15 ਮਿਲਣੀ ਹੈ ਅਤੇ ਕੋਰਸ ਪੜ੍ਹ ਕੇ ਵੀ 15 ਮਿਲਣੀ ਹੈ। ਵੇਅਰਐਜ਼ ਤੁਸੀਂ ਇਹਨੂੰ ਕਲਾਊਡ ਕੰਪਿਊਟਿੰਗ ਦੇ ਨਾਲ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ, IoT ਦੇ ਨਾਲ ਮਿਕਸ ਕਰ ਦਿਓ, ਨੈਕਸਟ ਲੈਵਲ ਆਪੇ ਹੋ ਜਾਂਦਾ। ਇਮੈਜਿਨ ਕਰੋ ਉਹ ਘਰ, ਤੁਸੀਂ ਘਰ 'ਚ ਵੜਦੇ ਹੀ ਅਲੈਕਸਾ ਨੂੰ ਕਹਿੰਦੇ ਹੋ ਸਵਿਚ ਔਨ ਦਾ ਲਾਈਟਾਂ ਔਨ ਕਰਤੀਆਂ ਉਹਨੇ। ਹੁਣ ਕੰਪਨੀਆਂ ਇਸ ਪਾਸੇ ਜਾਂਦੀਆਂ ਪਈਆਂ ਨੇ, ਦੁਨੀਆ ਇਸ ਪਾਸੇ ਜਾਂਦੀ ਪਈਆਂ। ਤੁਸੀਂ ਆਪਣੀ ਗੱਡੀਆਂ ਦੇ ਨਾਲ ਗੱਲ ਕਰ ਸਕਦੇ ਹੋ, ਐਗਜ਼ਾਮਪਲ MG, ਔਰ ਬਹੁਤ ਸਾਰੀ ਹੋਰ ਕੰਪਨੀਆਂ ਹੋਣਗੀਆਂ। ਹੁਣ ਦੁਨੀਆ ਜੇ ਇਸ ਪਾਸੇ ਜਾਂਦੀ ਪਈ ਹੈ, ਮੈਂ ਸਿੰਪਲ ਸੌਫਟਵੇਅਰ ਵਾਲੇ ਪਾਸੇ ਕੀ ਕਰਨਾ ਜਾ ਕੇ? ਆਈ ਸ਼ੁੱਡ ਆਲਸੋ ਡੂ ਸਮਥਿੰਗ ਵਿਚ ਇਜ਼ ਸਪੈਸ਼ਲਾਈਜ਼ਡ ਇਨ ਇਹੋ ਜਿਹੇ ਕੋਰਸਿਸ ਲਓਗੇ ਤਾਂ ਵੀਜ਼ਾ ਐਂਡ GT ਕਦੇ ਨਹੀਂ ਰੁਕਦੀ, ਐਜ਼ ਲੌਂਗ ਐਜ਼ ਬਾਕੀ ਡਾਕੂਮੈਂਟ ਤੁਹਾਡੇ ਇੰਟੈਕਟ ਨੇ। ਜੀ ਬਿਲਕੁਲ। ਸੋ ਤੁਸੀਂ ਕੋਰਸ ਦੀ ਸਿਲੈਕਸ਼ਨ ਨੂੰ ਲੈ ਕੇ ਕਾਫੀ ਡਿਟੇਲ 'ਚ ਸਹੀ ਢੰਗ ਨਾਲ ਸਮਝਾਇਆ, ਪਰ ਇੱਥੇ ਬਹੁਤ ਸਾਰੇ ਸਵਾਲ ਮਾਸਟਰਸ ਵਾਲਿਆਂ ਦੇ ਇਹ ਵੀ ਰਹਿੰਦੇ ਕਿ ਆਪਾਂ ਜਿਵੇਂ ਦੇਖਦੇ ਹਾਂ +2 ਵਾਲਿਆਂ ਲਈ ਤਾਂ ਰੀਸੈਂਟ ਪਾਸ ਆਊਟ ਸਟੂਡੈਂਟ ਹੀ ਅਪਲਾਈ ਕਰ ਸਕਦਾ, ਪਰ ਜਿਨ੍ਹਾਂ ਨੇ ਮਾਸਟਰਸ ਲਈ ਜਾਣਾ ਉਹਨਾਂ ਲਈ ਕਿੰਨਾ ਕੁ ਗੈਪ ਅਸੈਪਟੇਬਲ ਹੈ? ਮੈਮ ਗੈਪ ਨੂੰ ਜੇ ਵਿਹਲੇ ਬੈਠ ਕੇ ਸੋਫੇ 'ਤੇ ਪੌਪਕੌਰਨ ਖਾਂਦੇ ਹੋਏ ਨੈਟਫਲਿਕਸ ਦੇਖਣਾ ਫਿਰ ਤਾਂ 2 ਸਾਲ ਦਾ ਵੀ ਨਹੀਂ ਐਕਸੈਪਟੇਬਲ। ਬਟ ਜੇ ਗੈਪ ਨੂੰ ਆਪਾਂ ਇਹ ਦਿਖਾਉਂਦੇ ਹੈ ਜਾਂ ਬੱਚੇ ਦੀ ਪ੍ਰੋਫਾਈਲ ਦੇ ਵਿੱਚ ਹੈ ਦੀ ਉਹਨੇ 7-8 ਸਾਲ ਭਾਵੇਂ ਕੰਮ ਕੀਤਾ ਅਲੱਗ-ਅਲੱਗ ਪ੍ਰੋਫੈਸ਼ਨ ਦੇ ਵਿੱਚ, ਪੂਰੇ ਸਬੂਤ ਹੈ, ਫਿਰ ਚਾਹੇ ਉਹ ਟੀਚਰ ਕਿਉਂ ਨਹੀਂ ਹੈ ਜਿਹਨੇ TGT ਦਾ ਟੈਟ ਦਾ ਪੇਪਰ ਦਿੱਤਾ ਹੋਵੇ ਐਂਡ ਉਸ ਤੋਂ ਬਾਅਦ UGC ਦਾ ਐਗਜ਼ਾਮ ਦਿੱਤਾ ਹੋਵੇ, ਉਹ ਵੀ 8-9 ਸਾਲ ਬਾਅਦ ਆਪਣੀ ਨਵੀਂ ਜ਼ਿੰਦਗੀ ਔਰ ਆਪਣੇ ਆਪ 'ਤੇ ਦੁਬਾਰਾ ਇਨਵੈਸਟਮੈਂਟ ਕਰ ਸਕਦੀ ਹੈ ਫॉर ਹਾਇਰ ਐਜੂਕੇਸ਼ਨ ਐਂਡ ਫॉर ਦ ਬੈਟਰ ਫਿਊਚਰ। ਤਾਂ ਉਹ ਗੈਪ ਨੂੰ ਮੈਂ ਗੈਪ ਨਹੀਂ ਗਿਣਦਾ, ਐਜ਼ ਲੌਂਗ ਐਜ਼ ਤੁਹਾਡੇ ਕੋਲ CV ਹੈਗਾ, ਐਜ਼ ਲੌਂਗ ਐਜ਼ ਤੁਹਾਡੇ ਕੋਲ ਸਾਰੇ ਰੈਫਰੈਂਸ ਲੈਟਰ, ਅਪਾਇੰਟਮੈਂਟ ਲੈਟਰ, ਵਰਕ ਐਕਸਪੀਰੀਅੰਸ ਹੈ, ਉਹ ਚਾਹੇ 10 ਸਾਲ ਦਾ ਵੀ ਕਿਉਂ ਨਾ ਹੋਵੇ, ਨਾਟ ਏ ਪ੍ਰੋਬਲਮ ਐਟ ਆਲ। ਜੀ, ਤੇ ਹੁਣ ਜਿਹੜੇ ਰਿਜ਼ਲਟਸ ਆ ਰਹੇ ਨੇ ਉਸ ਨੂੰ ਦੇਖਦੇ ਹੋਏ ਆਪਾਂ ਨਵੰਬਰ ਤੱਕ ਕੀ ਉਮੀਦ ਕਰੀਏ ਕਿ ਕੋਈ ਸਟ੍ਰਿਕਨੈਸ ਤਾਂ ਨਹੀਂ ਰਿਜ਼ਲਟ ਵਿੱਚ ਆਉਣ ਲੱਗੀ, ਜਾਂ ਪ੍ਰੋਫਾਈਲਸ ਉੱਪਰ ਬਹੁਤ ਜ਼ਿਆਦਾ ਸਟ੍ਰਿਕਟ ਤੌਰ 'ਤੇ ਤਾਂ ਨਹੀਂ ਅਸੈਸਮੈਂਟ ਹੋਏਗੀ ਉਹਨਾਂ ਦੇ ਵੀਜ਼ਾ ਨੂੰ ਲੈ ਕੇ? ਦੇਖੋ ਰੀਸੈਂਟ ਜਿਹੜਾ ਸਕਸੈਸ ਰੇਟ ਹੈ ਦੈਟ ਇਜ਼ ਕਲੋਜ਼ ਟੂ 90%। 10% ਦਾ ਵਿੰਡੋ ਹਮੇਸ਼ਾ ਰਹਿੰਦਾ, ਕਿਉਂਕਿ ਉਹ ਪ੍ਰੋਫਾਈਲਾਂ, ਪ੍ਰੈਜੈਂਟੇਸ਼ਨ ਐਂਡ ਬਹੁਤ ਸਾਰੀ ਚੀਜ਼ਾਂ ਮੈਟਰ ਕਰਦੀਆਂ ਨੇ। ਐਂਡ ਇਹ ਜਿਹੜਾ AL ਚੇਂਜ ਹੋਇਆ, ਇਟ ਇਜ਼ ਲਾਈਕ ਅ ਸਪੀਡ ਬੰਪ, ਥੋੜ੍ਹੀ ਜਿਹੀ ਸਪੀਡ ਸਲੋ ਕਰ ਸਕਦਾ ਆਉਣ ਵਾਲੇ 1-2 ਹਫ਼ਤਿਆਂ ਦੇ ਵਿੱਚ, ਬਟ ਇਟ ਵਿਲ ਬੈਕ ਇਨ ਐਕਸ਼ਨ, ਕਿਉਂਕਿ ਜਿੰਨੀ ਅਗਰੈਸਿਵਲੀ ਆਸਟ੍ਰੇਲੀਅਨ ਯੂਨੀਵਰਸਿਟੀਜ਼ ਪ੍ਰਮੋਟ ਕਰਦੀਆਂ ਪਈਆਂ ਨੇ ਆਪਣੇ ਆਪ ਨੂੰ
ਐਂਡ ਜਿੰਨੇ ਸਕਾਲਰਸ਼ਿਪ ਆਸਟ੍ਰੇਲੀਆ ਦਿੰਦਾ ਪਿਆ ਇਸ ਟਾਈਮ ਤੇ ਉਹ ਬੱਚਿਆਂ ਦੀ ਨੰਬਰ 1 ਚੋਇਸ ਸੀਗੀ ਤੇ ਕਾਫੀ ਦੇਰ ਤੱਕ ਰਹੇਗੀ ਵਿਚ ਆਈ ਕੈਨ ਥਿੰਕ ਆਫ। ਜੀ ਬਿਲਕੁਲ, ਤੁਸੀਂ ਸਕਾਲਰਸ਼ਿਪਸ ਦੀ ਗੱਲ ਕੀਤੀ ਹੈ ਤੇ ਜਿਹੜਾ ਖਾਸ ਸੈਮੀਨਾਰ ਤੁਹਾਡੀ ਕੰਪਨੀ ਵੱਲੋਂ ਆਰਗੇਨਾਈਜ਼ ਕੀਤਾ ਗਿਆ, ਖਾਸ ਤੌਰ ਤੇ ਆਪਾਂ ਆਸਟ੍ਰੇਲੀਆ ਦੀ ਜਦ ਗੱਲ ਕਰ ਰਹੇ ਹਾਂ, ਕਿਸ ਤਰ੍ਹਾਂ ਦੀ ਪ੍ਰੋਫਾਈਲਸ ਨੂੰ ਸਕਾਲਰਸ਼ਿਪਸ ਦਾ ਇੱਥੇ ਆਪਸ਼ਨਸ ਬਾਰੇ ਪਤਾ ਲੱਗ ਸਕਦਾ, ਵਧੀਆ ਜਾਣਕਾਰੀ ਮਿਲ ਸਕਦੀ? ਦੇਖੋ, ਕੁਝ ਯੂਨੀਵਰਸਿਟੀਜ਼ ਤਾਂ ਤੁਹਾਨੂੰ ਪੀਜੀ ਲੈਵਲ ਦੇ ਉੱਤੇ ਈਵਨ ਤੁਹਾਡੇ 60% ਬੇਸਿਕ ਮਾਰਕਸ ਵੀ ਹੈਗੇ ਆ ਤਾਂ ਵੀ 25% ਸਕਾਲਰਸ਼ਿਪ ਦਿੰਦੀਆਂ ਪਈਆਂ ਨੇ। ਕੁਝ ਯੂਨੀਵਰਸਿਟੀ ਜਿਹੜੇ ਰੀਜਨਲ ਏਰੀਆ ਤੋਂ ਆਈਆਂ ਨੇ ਉਹਨਾਂ ਨੇ ਤਾਂ ਗਵਰਨਮੈਂਟ ਵੱਲੋਂ ਸਕਾਲਰਸ਼ਿਪ ਅਨਾਊਂਸ ਕੀਤੀ ਹੋਈ ਹੈ, 3-3 5-5 ਹਜ਼ਾਰ ਡਾਲਰ। ਈਵਨ ਇਫ ਤੁਸੀਂ ਉੱਥੇ ਪੜ੍ਹਨ ਵੀ ਜਾਂਦੇ ਹੋ ਤਾਂ ਸਕਾਲਰਸ਼ਿਪ ਦੀ ਕ੍ਰਾਈਟੇਰੀਆ ਐਂਡ ਰੇਂਜ ਬਹੁਤ ਵੱਡੀ ਹੈ। ਹਰ ਕੋਈ ਪ੍ਰੋਫਾਈਲ ਉਹਦੇ ਲਈ ਐਲੀਜੀਬਲ ਹੋ ਸਕਦੀ ਹੈ ਐਜ਼ ਲੌਂਗ ਐਜ਼ ਤੁਹਾਡੇ ਕੋਲ ਬਾਕੀ ਕ੍ਰਾਈਟੇਰੀਆ ਵਿਚ ਮੀਨਸ ਤੁਹਾਡਾ ਆਇਲਸ, ਤੁਹਾਡਾ ਗੈਪ, ਤੁਹਾਡਾ ਐਕਸਪੀਰੀਅੰਸ ਪ੍ਰੋਪਰਲੀ ਡਿਟੇਲ ਦੇ ਵਿੱਚ ਪੇਸ਼ ਹੈ ਐਂਡ ਓਬਵੀਅਸਲੀ ਯੋਰ ਇੰਟਰਵਿਊ that will make a huge difference in scholarships। ਜੀ ਬਿਲਕੁਲ, ਸੋ ਜ਼ਰੂਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਸਾਰੀ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਔਰ 5 ਮਈ ਨੂੰ ਜਿਹੜਾ ਹੋਟਲ ਅਰੋਮਾ ਵਿੱਚ ਆਸਟ੍ਰੇਲੀਆ ਨੂੰ ਲੈ ਕੇ ਸੈਮੀਨਾਰ ਆਰਗੇਨਾਈਜ਼ ਕੀਤਾ ਗਿਆ ਹੈ ESS ਗਲੋਬਲ ਵੱਲੋਂ, ਇਸ ਦਾ ਹਿੱਸਾ ਬਣੋ, ਚੰਗੀ ਆਪਸ਼ਨ ਤੇ ਅੱਗੇ ਵਧੋ ਤੇ ਰਾਈਟ ਇਨਫੋਰਮੇਸ਼ਨ ਦੇ ਨਾਲ ਆਪਣਾ ਸਟੱਡੀ ਵੀਜ਼ਾ ਦਾ ਪ੍ਰੋਸੈਸ ਤੁਸੀਂ ਟਾਈਮਲੀ ਸ਼ੁਰੂ ਕਰੋ। ਸੋ ਬਹੁਤ ਬਹੁਤ ਥੈਂਕਸ ਸਰ ਤੁਹਾਡਾ, ਇਹ ਸਾਰੀ ਇਨਫੋਰਮੇਸ਼ਨ ਸਟੂਡੈਂਟਸ ਨਾਲ ਸ਼ੇਅਰ ਕੀਤੀ। ਤੁਸੀਂ ਜਾਣ ਤੋਂ ਪਹਿਲਾਂ ਤੁਹਾਨੂੰ ਉਹਨਾਂ ਸਟੂਡੈਂਟਸ ਨਾਲ ਵੀ ਮਿਲਵਾਉਂਦੇ ਆ ਜਿਨ੍ਹਾਂ ਨੇ ESS ਗਲੋਬਲ ਤੋਂ ਆਪਣੀ ਫਾਈਲ ਪ੍ਰੋਸੈਸ ਕਰਵਾਈ ਸੀ, ਸਟੱਡੀ ਵੀਜ਼ਾ ਲੱਗ ਚੁੱਕੇ ਨੇ, ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਉਹਨਾਂ ਦੀ ਜ਼ੁਬਾਨੀ ਹੀ ਜਾਣਦੇ ਆ। Hello, my name is Harpreet Kaur. I belong to Gurdaspur. I visit to ESS Global from my friend reference and I have applied for Australia study visa, and after the file processing I get my visa within 24 hours and I'm very happy for that I got my visa and I recommended all to my friends and relatives to come and visit ESS Global. ਮੇਰਾ ਨਾਮ ਹਰਪ੍ਰੀਤ ਕੌਰ ਹੈ ਤੇ ਅਸੀਂ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਹਾਂ। ਮੈਂ ESS ਗਲੋਬਲ ਬਾਰੇ ਇੰਸਟਾਗ੍ਰਾਮ ਤੇ ਸਰਚ ਕੀਤਾ ਤੇ ਮੈਂ ਆਪਣੀ ਫਾਈਲ ਲਾਂਚ ESS ਗਲੋਬਲ ਜਲੰਧਰ ਬ੍ਰਾਂਚ ਤੋਂ ਕਰਵਾਈ ਐਂਡ ਤੇ ਹੁਣ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਸਾਡਾ ਆਸਟ੍ਰੇਲੀਅਨ ਸਪਾਊਸ ਵੀਜ਼ਾ ਆ ਗਿਆ ਤੇ ESS ਗਲੋਬਲ ਦੀ ਟੀਮ ਵੈਰੀ ਹੈਲਪਫੁਲ ਐਂਡ ਕੋਆਪਰੇਟਿਵ ਹੈ। ਉਹਨਾਂ ਨੇ ਮੇਰੀ ਫਾਈਲ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕੀਤੀ ਤੇ ਸਾਰਾ ਕੁਝ ਪ੍ਰੋਪਰ ਟੂ ਸਮਝਾਇਆ ਐਂਡ ਮੈਂ ਸਾਰਿਆਂ ਨੂੰ ਰਿਕਮੈਂਡ ਕਰਦੀ ਹਾਂ ਕਿ ਤੁਸੀਂ ESS ਗਲੋਬਲ ਆਓ ਤੇ ਆਪਣੀ ਫਾਈਲ ਲਾਂਚ ਕਰਵਾਓ ਐਂਡ ਮੈਂ ਆਪਣੀ ਫਾਈਲ ਵਿਦਿਨ 1 ਮੰਥ ਦੇ ਵਿੱਚ ਆਈ ਕੰਪਲੀਟ ਮਾਈ whole process and get my Australian spouse visa. Hi, my name is Muskan. Today I got my visa with my spouse and I got this visa in just 1.5 months and I'm really very happy. The whole staff is really very cooperative and I recommend you all to all visit ESS Global and thank you so much. ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਅੰਮ੍ਰਿਤਪਾਲ ਸਿੰਘ ਹੈ। ਮੈਂ ਆਪਣੀ ਵੀਜ਼ਾ ਫਾਈਲ ESS ਗਲੋਬਲ ਤੋਂ ਲਗਵਾਈ ਸੀ। ਅੱਜ ਮੇਰਾ ਆਸਟ੍ਰੇਲੀਆ ਦਾ ਡਿਪੈਂਡੈਂਟ ਵੀਜ਼ਾ ਆ ਗਿਆ ਹੈ। ਮੈਂ ਬਹੁਤ ਹੀ ਖੁਸ਼ ਹਾਂ। ਇੱਥੋਂ ਦਾ ਸਟਾਫ ਬਹੁਤ ਹੀ ਵਧੀਆ ਹੈ। ਤੁਸੀਂ ਵੀ ਇੱਕ ਵਾਰੀ ਸਾਰੇ ਜਾਣੇ ਜ਼ਰੂਰ ਆ ਕੇ ਮਿਲੋ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਿਰਨਦੀਪ ਕੌਰ, ਮੈਂ ਜਲੰਧਰ ਤੋਂ ਬਿਲੋਂਗ ਕਰ ਰਹੀ ਹਾਂ ਅਤੇ ਮੈਂ ਕੁਛ ਮੰਥਸ ਪਹਿਲਾਂ ਆਈ ਸੀ ESS ਆਪਣੀ ਵੀਜ਼ਾ ਕਾਉਂਸਲਿੰਗ ਵਾਸਤੇ, ਆਸਟ੍ਰੇਲੀਆ ਦੇ ਸਪਾਊਸ ਵੀਜ਼ਾ ਵਾਸਤੇ, ਅਤੇ ਬਹੁਤ ਅੱਛੀ ਗਾਈਡੈਂਸ ਮਿਲੀ ਅਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਵੀਜ਼ਾ ਮੰਗਵਾ ਕੇ ਦਿੱਤਾ ਅਤੇ ਮੇਰਾ ਵੀਜ਼ਾ ਗ੍ਰਾਂਟ ਹੋ ਚੁੱਕਾ ਹੈ ਅਤੇ ਮੈਂ ਬਹੁਤ ਥੈਂਕਫੁਲ ਹਾਂ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਰੈਕਮੈਂਡ ਕਰਦੀ ਹਾਂ ਕਿ ਤੁਸੀਂ ਵੀ ESS ਆਓ ਅਤੇ ਆਪਣੇ ਬ੍ਰਾਈਟ ਫਿਊਚਰ ਦੇ ਲਈ ਇੱਥੋਂ ਆਪਣੇ ਵੀਜ਼ਾ ਦੀ ਐਪਲੀਕੇਸ਼ਨ ਦਿਓ। My name is Sonia. I am from Garhshankar, Punjab. One day I was scrolling Instagram and I saw an advertisement of ESS Global and I came here and applied my visa and I got my visa in 14 days with my spouse and I recommend all to you visit here and get your student visa. Thanks to all ESS Global team and especially thanks to Divya ma'am. My name is Palvi Gupta and I belong to Tarantaran and I am applying my visa from ESS Global and today they provide me my visa with a granted letter and I'm so happy and I advise everyone to be a part of ESS Global. Thank you. ਮੈਂ ਰਮੇਸ਼ ਚੰਦਰ ਗੁਪਤਾ, ਗ੍ਰੈਂਡਫਾਦਰ ਆਫ ਪਲਵੀ ਗੁਪਤਾ। ਅਸੀਂ ਇੱਥੇ ਵੀਜ਼ਾ ਅਪਲਾਈ ਕੀਤਾ ਸੀ ESS ਗਲੋਬਲ ਕੋਲ। ਇਹਨਾਂ ਦੇ ਜਿਹੜੇ ਸਟਾਫ ਤੇ ਅਧਿਕਾਰੀ ਹੈਗੇ ਨੇ ਦੇ ਆਰ ਵੈਰੀ ਓਨੈਸਟ ਐਂਡ ਫੇਥਫੁਲ ਟੂ ਦੀ ਪਬਲਿਕ ਔਰ ਸਾਡਾ ਵੀਜ਼ਾ ਇਹਨਾਂ ਤੋਂ ਗ੍ਰਾਂਟ ਹੋਇਆ ਔਰ ਇਹਨਾਂ ਨੇ ਸਾਥੋਂ ਕੋਈ ਪੈਸਿਆਂ ਦੀ ਕੋਈ ਜ਼ਿਆਦਾ ਡਿਮਾਂਡ ਹੁਣ ਕੀਤੀ ਹੈ ਜਦੋਂ ਦਿੱਤੇ ਆ, ਲੇਕਿਨ ਇਹ ਇੱਥੇ ਅਸੀਂ ਹਰ ਇੱਕ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਉਹ ਇੱਥੇ ਆਉਣ ਤੇ ਇੱਥੋਂ ਵੀਜ਼ਾ ਲਵਾਉਣ। My name is Monica. I belong to Mukeria. Because of my study gap and lack of experience ਮੈਨੂੰ ਮੇਰਾ ਵੀਜ਼ਾ ਨਹੀਂ ਸੀ ਮਿਲ ਰਿਹਾ, ਬਟ ESS ਗਲੋਬਲ ਨੇ ਮੇਰਾ ਵੀਜ਼ਾ ਵਿਦਿਨ 6 ਮੰਥ ਲਗਵਾ ਕੇ ਦਿੱਤਾ ਐਂਡ ਫੁੱਲ ਫੈਮਿਲੀ ਵੀਜ਼ਾ ਅਸੀਂ ਲਿਆ ਹੈ ਐਂਡ ਮੈਂ ਸਾਰਿਆਂ ਨੂੰ ਰਿਕਮੈਂਡ ਕਰਦੀ ਹਾਂ ਕਿ ESS ਗਲੋਬਲ ਆਓ ਤੇ ਆਪਣਾ ਜਲਦੀ ਤੋਂ ਜਲਦੀ ਵੀਜ਼ਾ ਲੈ ਕੇ ਜਾਓ। ਸੋ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।
अगर आप भी ऑस्ट्रेलिया में आने वाले इनटेक में पढ़ाई के लिए जाना चाहते हैं, ESS ग्लोबल लेके आया है ऑस्ट्रेलिया का मेगा सेमिनार जो होने जा रहा है होटल अरोमा में 5 तारीख को सुबह 11 से लेकर शाम के 4 बजे तक। आपको मौका मिलेगा वहां पे अलग अलग यूनिवर्सिटी से मिलके अपना केस डिस्कस करने का, तो इस डेट को भूलिएगा मत।